आओ प्रभु दे वचन दे विच चलीए। 8वें भाव दे विच असीं पहुंच चुके हैं। आओ असीं थोड़ा जिहा बैकअप जाइए और असीं इन्हां नूं एक बारी थोड़ा जिहा पिछे नूं जाके ते फिर आपां अगे नूं जावांगे। सो 8वां भाव उसकी 1 आयत तो लैके 15 आयत तक जिसनूं मिल जाए पढ़ दो। मैं पढ़ती हूँ पास्टर जी। ਡੱਡੂਆਂ ਦਾ ਆਉਣਾ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਜਾ ਕੇ ਰਾਜਾ ਨੂੰ ਕਹਿ ਕਿ ਉਹ ਮੇਰੇ ਲੋਕਾਂ ਨੂੰ ਜਾਣ ਦੇਵੇ ਕਿ ਉਹ ਜਾ ਕੇ ਮੇਰੀ ਪੂਜਾ ਕਰਨ। ਪਰ ਜੇਕਰ ਤੂੰ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਂਗਾ ਤਾਂ ਮੈਂ ਸਾਰੇ ਮਿਸਰ ਨੂੰ ਡੱਡੂਆਂ ਨਾਲ ਭਰ ਦੇਵਾਂਗਾ। ਨੀਲ ਨਦੀ ਡੱਡੂਆਂ ਨਾਲ ਭਰ ਜਾਵੇਗੀ। ਉਸ ਵਿੱਚ ਇੰਨੇ ਡੱਡੂ ਪੈਦਾ ਹੋ ਜਾਣਗੇ ਕਿ ਉਹ ਉੱਥੋਂ ਤੇਰੇ ਮਹਿਲ ਵਿੱਚ ਅਤੇ ਤੇਰੇ ਅਧਿਕਾਰੀਆਂ ਵੱਲ ਜਾਣਗੇ। ਉਹ ਤੁਹਾਡੇ ਸੌਣ ਵਾਲਿਆਂ ਕਮਰਿਆਂ ਵੱਲ ਜਾਣਗੇ। ਉਹ ਤੁਹਾਡੇ ਖਾਣ ਵਾਲਿਆਂ ਕਮਰਿਆਂ, ਰਸੋਈਆਂ, ਭਾਂਡਿਆਂ ਆਦਿ ਨੂੰ ਭਰ ਦੇਣਗੇ, ਇੱਥੋਂ ਤੱਕ ਕਿ ਉਹ ਤੁਹਾਡੇ ਉੱਤੇ ਵੀ ਚੜ੍ਹ ਆਉਣਗੇ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਤੂੰ ਹਾਰੂਨ ਨੂੰ ਕਹਿ ਕਿ ਉਹ ਆਪਣੀ ਲਾਠੀ ਨਦੀਆਂ, ਨਹਿਰਾਂ, ਛੱਪੜਾਂ ਆਦਿ ਉੱਤੇ ਅੱਗੇ ਸਿੱਧੀ ਕਰੇ ਕਿ ਉਹਨਾਂ ਵਿੱਚੋਂ ਡੱਡੂ ਨਿਕਲ ਆਉਣ ਅਤੇ ਸਾਰੇ ਮਿਸਰ ਨੂੰ ਭਰ ਦੇਣ। ਹਾਰੂਨ ਨੇ ਇਸੇ ਤਰ੍ਹਾਂ ਕੀਤਾ ਤੇ ਡੱਡੂ ਨਿਕਲ ਆਏ ਜੋ ਸਾਰੇ ਮਿਸਰ ਤੇ ਛਾ ਗਏ। ਮਿਸਰੀ ਜਾਦੂਗਰਾਂ ਨੇ ਵੀ ਇਸੇ ਤਰ੍ਹਾਂ ਕੀਤਾ ਤੇ ਉਹਨਾਂ ਦੇ ਕਾਰਨ ਵੀ ਡੱਡੂ ਨਿਕਲ ਆਏ। ਤਦ ਰਾਜਾ ਨੇ ਮੂਸਾ ਤੇ ਹਾਰੂਨ ਨੂੰ ਸੱਦ ਕੇ ਕਿਹਾ, ਪ੍ਰਭੂ ਅੱਗੇ ਪ੍ਰਾਰਥਨਾ ਕਰੋ, ਇਹਨਾਂ ਡੱਡੂਆਂ ਨੂੰ ਮੇਰੇ ਅਤੇ ਮੇਰੇ ਲੋਕਾਂ ਤੋਂ ਹਟਾ ਲਵੋ। ਮੈਂ ਤੁਹਾਡੇ ਲੋਕਾਂ ਨੂੰ ਪ੍ਰਭੂ ਦੇ ਅੱਗੇ ਬਲੀ ਚੜਾਉਣ ਲਈ ਜਾਣ ਦੇਵਾਂਗਾ। ਮੂਸਾ ਨੇ ਉੱਤਰ ਦਿੱਤਾ, ਮੈਂ ਇਹ ਖੁਸ਼ੀ ਨਾਲ ਕਰਾਂਗਾ, ਪਰ ਤੁਸੀਂ ਦੱਸੋ ਕਿ ਮੈਂ ਕਦੋਂ ਤੁਹਾਡੇ ਲਈ ਪ੍ਰਾਰਥਨਾ ਕਰਾਂ। ਮੈਂ ਤੇਰੇ ਅਤੇ ਤੇਰੇ ਅਧਿਕਾਰੀਆਂ ਲਈ ਪ੍ਰਾਰਥਨਾ ਕਰਾਂਗਾ ਕਿ ਤੁਹਾਡੇ ਵਿਚਕਾਰੋਂ ਅਤੇ ਤੁਹਾਡੇ ਘਰਾਂ ਵਿੱਚੋਂ ਡੱਡੂ ਨਾਸ਼ ਹੋ ਜਾਣ ਅਤੇ ਕੇਵਲ ਨੀਲ ਨਦੀ ਵਿੱਚ ਹੀ ਰਹਿਣ। ਰਾਜਾ ਨੇ ਕਿਹਾ, ਤੂੰ ਕੱਲ ਸਾਡੇ ਲਈ ਪ੍ਰਾਰਥਨਾ ਕਰਨਾ। ਮੂਸਾ ਨੇ ਕਿਹਾ, ਠੀਕ ਹੈ, ਮੈਂ ਕੱਲ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਤੇ ਤੁਸੀਂ ਜਾਣ ਜਾਵੋਗੇ ਕਿ ਪ੍ਰਭੂ ਸਾਡੇ ਪਰਮੇਸ਼ਵਰ ਵਰਗਾ ਦੂਜਾ ਕੋਈ ਨਹੀਂ ਹੈ। ਕੱਲ ਡੱਡੂ ਤੁਹਾਡੇ ਕੋਲੋਂ, ਤੁਹਾਡੇ ਨੌਕਰਾਂ ਕੋਲੋਂ ਅਤੇ ਤੁਹਾਡੇ ਘਰਾਂ ਤੋਂ ਦੂਰ ਚਲੇ ਜਾਣਗੇ। ਉਹ ਕੇਵਲ ਨੀਲ ਨਦੀ ਵਿੱਚ ਹੀ ਰਹਿਣਗੇ। ਸੋ ਮੂਸਾ ਤੇ ਹਾਰੂਨ ਫਿਰੌਨ ਰਾਜਾ ਦੇ ਸਾਹਮਣੇ ਚਲੇ ਗਏ ਅਤੇ ਅਗਲੇ ਦਿਨ ਰਾਜਾ ਨੂੰ ਦਿੱਤੇ ਵਚਨ ਦੇ ਅਨੁਸਾਰ ਉਸਨੇ ਪ੍ਰਭੂ ਅੱਗੇ ਉਹਨਾਂ ਡੱਡੂਆਂ ਦੇ ਸੰਬੰਧ ਵਿੱਚ ਪ੍ਰਾਰਥਨਾ ਕੀਤੀ ਜੋ ਉਸਨੇ ਘੱਲੇ ਸਨ। ਪ੍ਰਭੂ ਨੇ ਮੂਸਾ ਦੀ ਪ੍ਰਾਰਥਨਾ ਅਨੁਸਾਰ ਕੀਤਾ ਤੇ ਸਭ ਡੱਡੂ ਘਰਾਂ ਦੇ ਵਿਹੜਿਆਂ ਤੇ ਖੇਤਾਂ ਵਿੱਚ ਮਰ ਗਏ। ਲੋਕਾਂ ਨੇ ਮਰੇ ਡੱਡੂਆਂ ਦੇ ਢੇਰਾਂ ਦੇ ਢੇਰ ਇਕੱਠੇ ਕੀਤੇ। ਪਰ ਜਦੋਂ ਰਾਜਾ ਨੇ ਦੇਖਿਆ ਕਿ ਡੱਡੂਆਂ ਦੀ ਵਿਪਤਾ ਖਤਮ ਹੋ ਗਈ ਹੈ ਤਾਂ ਉਸਨੇ ਆਪਣਾ ਦਿਲ ਫਿਰ ਸਖਤ ਕਰ ਲਿਆ ਤੇ ਮੂਸਾ ਤੇ ਹਾਰੂਨ ਦੀ ਗੱਲ ਵੱਲ ਧਿਆਨ ਨਾ ਦਿੱਤਾ। ਵਚਨ ਦੇ ਵਿੱਚ ਅਸੀਂ ਇਹ ਦੇਖਦੇ ਪਏ ਹਾਂ ਕਿ ਸਿਰਫ ਤੇ ਸਿਰਫ ਇਹ ਜਿਹੜੀ ਜੋ ਕੁਝ ਹੋ ਰਿਹਾ, ਕਿਉਂਕਿ ਪ੍ਰਭੂ ਦੇ ਲੋਕਾਂ ਨੂੰ ਉੱਥੇ ਰਹਿੰਦਿਆਂ 400 ਸਾਲ ਹੋ ਗਏ ਔਰ 120 ਸਾਲ ਦੀ ਤਾਂ ਉਹਨਾਂ ਨੇ ਗੁਲਾਮੀ ਕੱਟੀ ਆ। ਅਬਰਾਹਮ ਤੋਂ ਲੈ ਕੇ ਹੁਣ ਤੱਕ 400 ਸਾਲ ਹੋ ਚੁੱਕੇ ਆ। ਮੁਸੀਬਤ ਇਹ ਆ ਕਿਉਂਕਿ ਜਿਸ ਵੇਲੇ ਉਸ ਸਮੇਂ ਦੇ ਵਿੱਚ ਇਹ ਗਿਣਿਆ ਜਾਂਦਾ ਸੀ ਕਿ ਜਿਸ ਵੇਲੇ ਇੱਕ ਰਾਜਾ ਦੂਜੇ ਰਾਜੇ ਦੇ ਉੱਤੇ ਹਮਲਾ ਕਰਦਾ ਸੀ ਔਰ ਉਹ ਜਿੱਤ ਜਾਂਦਾ ਸੀ ਤਾਂ ਉਹ ਸਿਰਫ ਜਿਹੜਾ ਦੂਸਰਾ ਹਾਰਨ ਵਾਲਾ ਰਾਜਾ ਉਹ ਹੀ ਨਹੀਂ ਹਾਰਦਾ ਸੀ, ਉਹਦਾ ਦੇਵਤਾ ਵੀ ਨਾਲ ਹਾਰਦਾ ਸੀ, ਉਹਦਾ ਦੇਵਤਾ ਦੀ ਵੀ ਹਾਰ ਹੁੰਦੀ ਸੀ। ਔਰ ਇਸ ਕਰਕੇ ਇਹਨਾਂ ਲੋਕਾਂ ਨੂੰ ਉੱਥੇ ਰਹਿੰਦਿਆਂ ਨੂੰ ਬਹੁਤ ਚਿਰ ਹੋ ਗਿਆ ਹੈ ਔਰ ਇਹਨਾਂ ਨੇ ਦੇਖਿਆ ਕਿ ਅਸੀਂ ਗੁਲਾਮੀ ਦੇ ਵਿੱਚ ਹਾਂ। ਇਜਿਪਸ਼ੀਅਨ ਲੋਕ ਦਿਨ ਬ ਦਿਨ, ਮਿਸਰੀ ਲੋਕ ਦਿਨ ਬ ਦਿਨ ਵੱਧਦੇ ਜਾਂਦੇ ਪਏ ਆ। ਇਹਨਾਂ ਦਾ ਧਿਆਨ ਵੀ ਉਹਨਾਂ ਦੇਵਤਿਆਂ ਦੇ ਵੱਲ ਜਾਣਾ ਸ਼ੁਰੂ ਹੋ ਗਿਆ। ਬੇਸ਼ੱਕ ਪ੍ਰਭੂ ਨੇ ਇਹਨਾਂ ਨੂੰ ਬਚਾ ਕੇ ਰੱਖਿਆ ਆ, ਲੇਕਿਨ ਪ੍ਰਭੂ ਦੀ ਜਿਹੜੀ ਬੁੱਧ ਆ ਉਹ ਸਾਡੇ ਨਾਲੋਂ ਕਿਤੇ ਜ਼ਿਆਦੀ ਆ। ਸੋ ਪ੍ਰਭੂ ਕਦੀ ਵੀ, ਜਿੱਦਾਂ ਅਸੀਂ ਹਮੇਸ਼ਾ ਦੇਖਦੇ ਕਿ ਪ੍ਰਭੂ ਇੱਕ ਤੀਰ ਦੇ ਨਾਲ ਕਈ ਸ਼ਿਕਾਰ ਖੇਡਦਾ। ਸੋ ਅਸੀਂ ਵਚਨ ਦੇ ਵਿੱਚ ਇਹ ਦੇਖਦੇ ਪਏ ਹਾਂ ਕਿ ਉਹ ਇਸ ਦੇ ਰਾਹੀਂ ਪ੍ਰਭੂ ਆਪਣੀ ਪ੍ਰਭੂਤਾ ਮਿਸਰ ਦੇ ਉੱਤੇ ਨਹੀਂ, ਇਕੱਲੀ ਮਿਸਰ ਤੇ ਸਥਾਪਿਤ ਨਹੀਂ ਕਰ ਰਿਹਾ, ਲੇਕਿਨ ਆਪਣੀ ਪ੍ਰਭੂਤਾ ਆਪਣਿਆਂ ਲੋਕਾਂ ਉੱਤੇ ਵੀ ਸਥਾਪਿਤ ਕਰ ਰਿਹਾ ਔਰ ਉਹਨਾਂ ਨੂੰ ਦਿਖਾ ਰਿਹਾ ਕਿ ਜਿਹੜੇ ਦੇਵੀ ਦੇਵਤੇ ਉਹ ਅੱਜ ਤੱਕ ਇਹ ਸਮਝਦੇ ਰਹੇ ਕਿ ਸ਼ਾਇਦ ਇਹ ਸਾਡੇ ਪਰਮੇਸ਼ਵਰ ਦੇ ਨਾਲੋਂ ਵੱਡੇ ਹੋਣਗੇ ਕਿਉਂਕਿ ਅਸੀਂ ਗੁਲਾਮੀ ਵਿੱਚ ਰਹਿ ਰਹੇ ਹਾਂ ਤੇ ਇਹ ਸਾਡੇ ਉੱਤੇ ਬਾਦਸ਼ਾਹਤ ਕਰਦੇ ਪਏ ਆ। ਔਰ ਇਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਸ਼ਾਇਦ ਉਹਨਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੇਵਤਿਆਂ ਦੇ ਪ੍ਰਤੀ ਭਾਵਨਾ ਜਾਗੀ ਹੋਵੇ, ਲੇਕਿਨ ਪ੍ਰਭੂ ਹੁਣ ਇਹ ਦਿਖਾ ਰਿਹਾ ਕਿ ਨਹੀਂ। ਸੋ ਮਿਸਰ ਦੇ ਰਾਜੇ ਨੂੰ ਉਹ ਇਹ ਦਿਖਾ ਰਿਹਾ, ਫੈਰੋ ਨੂੰ ਇਹ ਦਿਖਾ ਰਿਹਾ ਕਿ ਜੋ ਕੁਝ ਤੂੰ ਪ੍ਰਸਤਿਸ਼ ਕਰ ਰਿਹਾ, ਤੇਰੀਆਂ ਬਰਕਤਾਂ ਉਹਦੇ ਕਰਕੇ ਨਹੀਂ, ਤੇਰੀਆਂ ਬਰਕਤਾਂ ਉਹਦੇ ਕਰਕੇ ਜਿਸ ਨੂੰ ਤੂੰ ਭੁੱਲ ਗਿਆ, ਤੂੰ ਯੂਸਫ ਨੂੰ ਭੁੱਲ ਗਿਆ।
अज तेरे को इन्नी अमीरी आ वो इस करके आ कि यूसुफ जिन्हें 70 साल तेरा राज चलाया, तेनू उसने एक बहुतियां फैरोआं दे उत्ते एक समा सी कि तू फैरो हुंदा सी, हरेक सूबे का अपना फैरो हुंदा सी, वो सब कुछ खत्म उसने कर दिता, सारी जमीन फैरो दी हो गई, सारे लोग ईवन इजिप्शियन लोग फैरो दे लई काम करदे आ प्रोतां तो इलावा सारा आले दुआले दा सोना ओदियां भंडारां दे विच, और इस वेले वो एक सुपर नेशन, और वो तू ओनू भुल गया, ये ओदे परमेश्वर ने सारा कुछ कीता सी, ये यूसुफ दे परमेश्वर ने सारा कुछ कीता। सो प्रभु उसनू वो याद करा रहा, वो समा याद कर रहा, लेकिन इस दे नाल नाल प्रभु उन्हां दियां देवतियां नूं भी सजा दे रहा, उन्हां दे देवतियां नूं दिखा रहा कि वो पत्थर दे पुत्त, इस तो इलावा वो कुछ नहीं। सो असी पिछे देखिया सीगा कि नदी नील नदी जिहड़ी सीगी ओह उस वेले खून दी बन गई सी। सो उस देवते नूं प्रभु ने दिखाया कि वो देवता इस नदी नूं प्रोटेक्ट नहीं कर सकता। उस तो बाद ਅਸੀਂ ਦੇਖਿਆ कि ਜਿਹੜਾ ਉਸ ਉਹਨਾਂ ਦਾ ਇੱਕ ਐਲੀ ਜਿਹੜਾ ਤੁਸੀਂ ਇਹ ਕਹਿ ਲਓ ਕਿ ਮਗਰਮੱਛ ਦੇ ਮੂੰਹ ਵਾਲਾ ਦੇਵਤਾ ਸੀਗਾ ਸਬਾਕ, ਉਸ ਨੂੰ ਅਸੀਂ ਦੇਖਦੇ ਪਏ ਹਾਂ ਕਿ ਉਹ ਨੀਲ ਨਦੀ ਨੂੰ ਸਾਫ਼ ਰੱਖਦਾ ਸੀ, ਇਹ ਡੱਡੂ ਵਗੈਰਾ ਉਸ ਦੀ ਖੁਰਾਕ ਸੀ, ਔਰ ਮਗਰਮੱਛ ਇਹਨਾਂ ਦੇ ਨਾਲ ਜਿਹੜਾ ਸੀਗਾ ਨੀਲ ਨਦੀ ਨੂੰ ਸਾਫ਼ ਤੇ ਸੁਥਰੀ ਰੱਖਦੇ ਸੀ। ਲੇਕਿਨ ਇੱਥੇ ਅਸੀਂ ਇਹ ਦੇਖਦੇ ਪਏ ਹਾਂ कि प्रभु ने उन्होंने दिखाता कि जिहड़ा तुहाडा दूसरा देवता सबाक जिसनूं तुसीं मानदे आ वो भी इस योग नहीं कि तुहानूं बचा सके। और इस दे विच एक होर बड़ी प्यारी चीज होई जिहड़ी देखण वाली है कि राजा कोई बेवकूफ तां हुंदे नहीं सीगे, हुण वो भी देखना चाहुंदा पिया कि ये जिहड़े मैं इकट्ठे कीते हो सारी दुनिया तो जिहड़े इत्थे आए हो इकट्ठे होए हो आ ते इत्थे आके मलाई खांदे पए आ, ये मेरे सियाने ते मेरे जादूगर ते सारे ये कुछ कर भी सकते, ये बैठे आराम दे नाल सब कुछ खांदे पए। सो हुण असीं इत्थे देखदे पए हां कि जिसले नील नदी दे पानी तो पहला हरेक जिहड़ा जादूगर हुंदा सी, हरेक जिहड़ा सियाणा हुंदा सी, उहदे कोल निशानी हुंदी सी, और निशानी हुंदी सी वो लाठी जिस गद्दी ते वो बैठा। अगर असी फैरो के हथ दे विच भी देखिए तो उहदे हथ दे विच भी स्टाफ लाठी आ, जिहड़ी उसदे एक समय उसदे बाबे दे कोल सी, फिर उहदे बाप दे कोल सी, हुण उहदे कोल सी, राइट। इसे तरह ये जिहड़े जादूगर हुंदे सीगे इन्हां दे कोल भी एक निशानी हुंदी सी, वो लाठी हुंदी सी। जिस वेले मूसा आया ते हारून दी लाठी सुट्टी गई ते वो सप बन गई, ते उन्होंने अपनियां लाठियां सुट्टियां वो भी सप बन गई, ते उसने उस सप ने वो सप खा लिया। उन्होंने हथ दे विच अपनियां जिहड़ियां उन्होंने गुरु ने दित्तियां सी लाठियां वो है नहीं गया। पर नील दरिया दे उन्होंने भी पानी नूं लाल करके दिखाता, पर नील दरिया नूं साफ नहीं कर सके। इत्थे भी असीं की देखदे पए कि फैरो नूं उन्होंने डड्डू बना के दिखाए, पर प्रॉब्लम डड्डू बनाउण दी थोड़ो आ, प्रॉब्लम तो डड्डूआं नूं दड़ाउण दी है, डड्डूआं नूं जिहड़ा हैगा उह खत्म करन दी। सो फैरो ने कहा कि इस मैं किस लिए, उसने पूछा किस लिए तेरे लिए दुआ करा, मतलब कल नूं कर, कल तक उसने फिर जिहड़े उहदे जादूगर सारे सीगे उन्हां दी क्लास लाई भी हुण करो, तुहानूं इसे करके इकट्ठे कीता है। सो हुण जादूगर सियाणे गद्दियां वाले जो भी बाबे उत्थे बैठे हो, सो सब तो पहला तां फैरो दा ते लोकां दा जिहड़ा ध्यान सी उन्हां तो परां हो गया कि कुछ नहीं कर सकते। और अगले दिन जिसले उसने दुआ की तो डड्डुआं दे ढेर लगे ताकि हर कोई देख सके कि ये बला आई है।
ਪਰ ਫੈਰੋ ਨੇ, ਕਿਉਂਕਿ ਸਭ ਤੋਂ ਵੱਡੀ ਚੀਜ਼ ਸੀ ਕਿ ਕਿੱਦਾਂ ਜਾਣ ਦੇਵੇ। ਜਿੱਦਾਂ ਅਸੀਂ ਦੇਖਦੇ ਗੱਲ ਵੀ ਦੇਖਿਆ ਸੀਗਾ, ਪਰਸੋਂ ਵੀ ਦੇਖਿਆ ਸੀ ਕਿ ਇਹ ਸਾਰੀ ਇਕੋਨਮੀ ਆ ਉਹਨਾਂ ਦੀ। ਇਹ ਲੋਕ ਉਹਨਾਂ ਦੇ ਘਰਾਂ 'ਚ ਕੰਮ ਕਰਦੇ ਆ, ਇਹ ਲੋਕ ਖੇਤਾਂ 'ਚ ਕੰਮ ਕਰਦੇ ਪਏ ਆ, ਇਹ ਲੋਕ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਅੱਜ ਅਸੀਂ ਦੇਖਦੇ ਪਏ ਆ ਉਹ ਬਣਾਉਣ ਦੇ ਵਿੱਚ ਕੰਮ ਕਰਦੇ ਪਏ ਆ। ਸਾਨੂੰ ਤਾਂ ਹਾਲੇ ਬਿਲਡਿੰਗਾਂ 10% ਹੀ ਲੱਭੀਆਂ ਹੈਗੀਆਂ, 90% ਤਾਂ ਰੇਤ ਦੇ ਥੱਲੇ ਆ ਹਾਲੇ, ਜਿਹੜੀਆਂ ਅਸੀਂ ਸਾਨੂੰ ਪਤਾ ਵੀ ਨਹੀਂ ਕਿੱਥੇ ਆ। ਔਰ ਉਹ ਸਾਰਾ ਕੰਮ ਇਹ ਕਰਦੇ ਪਏ ਆ। ਸੋ ਜਾਣ ਕਿੱਦਾਂ ਦਾ ਹੈ? ਜਿਸ ਲਈ ਬੜਾ ਦੂਰ ਹੋਈ, ਉਸਨੇ ਆਪਣਾ ਮਨ ਸਖਤ ਕਰ ਲਿਆ, ਚਲੋ ਇਹ ਬੜਾ ਮੁੱਕ ਗਈ ਹੈ ਔਰ ਇਹਨਾਂ ਨੂੰ ਮੈਂ ਨਹੀਂ ਜਾਣ ਦੇਣਾ। ਫਿਰ ਉਸ ਤੋਂ ਬਾਅਦ ਜਿਹੜਾ ਅਗਲੀ ਜਿਹੜੀ ਬੜਾ ਆਈ ਆ ਉਹਨਾਂ ਦੇ ਉੱਤੇ, ਉਹ ਜੂਆਂ ਦੀ ਬੜਾ ਆਈ ਹੈ, ਜਿਸ ਨੂੰ ਅਸੀਂ ਨੈਟਸ ਕਹਿੰਦੇ ਹਾਂ। ਸੋ ਅਸੀਂ ਉਹਨਾਂ ਨੂੰ ਨੈਟਸ ਕਿੱਦਾਂ ਦੇ ਆ ਉਹਨਾਂ ਨੂੰ ਵੀ ਦੇਖਦੇ ਹਾਂ। ਸੋ ਆਓ ਪਹਿਲਾਂ ਅਸੀਂ ਇਸੇ ਵੀ 16 ਤੋਂ ਲੈ ਕੇ 19 ਤੱਕ ਪਹਿਲਾਂ ਪੜ੍ਹਦੇ ਹਾਂ ਤੇ ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਦੇਖਦੇ ਹਾਂ। ਜਿਸ ਨੂੰ ਮੈਂ ਪੜ੍ਹ ਦਿੰਦਾ ਪਾਸਟਰ ਜੀ। ਜੂਆਂ ਦਾ ਆਉਣਾ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਹਾਰੂਨ ਨੂੰ ਕਹਿ ਕੇ ਉਹ ਆਪਣੀ ਲਾਠੀ ਉਤਾਂ ਚੁੱਕ ਕੇ ਮਿੱਟੀ ਤੇ ਮਾਰੇ। ਉਸ ਤੇ ਇਸ ਤਰ੍ਹਾਂ ਕਰਨ ਨਾਲ ਸਭ ਮਿੱਟੀ ਜੂਆਂ ਦਾ ਰੂਪ ਧਾਰ ਲਵੇਗੀ, ਜੋ ਸਾਰੇ ਮਿਸਰ ਤੇ ਫੈਲ ਜਾਣਗੀਆਂ। ਉਹਨਾਂ ਨੇ ਇਸੇ ਤਰ੍ਹਾਂ ਕੀਤਾ। ਹਾਰੂਨ ਨੇ ਆਪਣਾ ਹੱਥ ਉਤਾਂ ਚੁੱਕ ਕੇ ਆਪਣੀ ਲਾਠੀ ਮਿੱਟੀ ਤੇ ਮਾਰੀ ਅਤੇ ਉਸਨੇ ਜੂਆਂ ਦਾ ਰੂਪ ਧਾਰ ਲਿਆ। ਜੂਆਂ ਦੇ ਨਾਲ ਸਾਰਾ ਮਿਸਰ ਭਰ ਗਿਆ, ਆਦਮੀ ਅਤੇ ਪਸ਼ੂ ਜੂਆਂ ਨਾਲ ਭਰ ਗਏ, ਹਰ ਥਾਂ ਜੂਆਂ ਹੀ ਜੂਆਂ ਸਨ। ਮਿਸਰੀ ਜਾਦੂਗਰਾਂ ਨੇ ਵੀ ਆਪਣੇ ਜਾਦੂ ਨਾਲ ਜੂਆਂ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਵਿੱਚ ਸਫਲ ਨਾ ਹੋਏ। ਉਹਨਾਂ ਜਾਦੂਗਰਾਂ ਨੇ ਰਾਜਾ ਨੂੰ ਕਿਹਾ, ਇਹ ਪਰਮੇਸ਼ਵਰ ਦਾ ਕੰਮ ਹੈ। ਪਰ ਰਾਜਾ ਦਾ ਦਿਲ ਫਿਰ ਵੀ ਨਰਮ ਨਾ ਹੋਇਆ ਅਤੇ ਉਸਨੇ ਮੂਸਾ ਅਤੇ ਹਾਰੂਨ ਦੀ ਪ੍ਰਭੂ ਦੇ ਕਹੇ ਅਨੁਸਾਰ ਨਾ ਸੁਣੀ। ਸੋ ਇੱਕ ਗਰੁੱਪ ਨੇ ਹੱਥ ਖੜੇ ਕਰ ਲਏ, ਉਹਨਾਂ ਨੇ ਆਪਣੇ ਹੱਥ ਖੜੇ ਕਰਤੇ ਕਿ ਭਾਈ ਇਹ ਸਾਡਾ ਕੰਮ ਹੈ। ਔਰ ਇਹ ਜਿਹੜੀਆਂ ਜੂਆਂ ਸੀਗੀਆਂ, ਤੁਸੀਂ ਇੱਕ ਨਸਲ ਉਹੀ ਹੈ ਜਿਸ ਵੇਲੇ ਹੁਣ ਜਿੱਦਾਂ ਕਿ ਗਾਂਹ ਜਾ ਕੇ ਫਰੂਟ ਆਉਣੇ ਹੈਗੇ, ਆਪਾਂ ਫਰੂਟ ਦੇ ਉੱਤੇ ਨਿੱਕੀ ਨਿੱਕੀਆਂ ਮੱਖੀਆਂ ਘੁੰਮਦੀਆਂ ਹੁੰਦੀਆਂ ਨੇ, ਸਾਡੇ ਘਰਾਂ ਦੇ ਵਿੱਚ ਅੰਦਰ ਵੀ ਆ ਜਾਂਦੀਆਂ, ਤੇ ਉਹ ਮੱਖੀਆਂ ਜਿਹੜੀਆਂ ਛੋਟੀ ਛੋਟੀ ਉਹ ਫਰੂਟ ਦੇ ਆਲੇ ਦੁਆਲੇ ਉਹ ਹੁੰਦੀਆਂ। ਉਹ ਇੱਕ ਐਸੀ ਨਸਲ ਆ ਜਿਹੜੀ ਸਿਰਫ ਫਰੂਟ ਦੇ ਉੱਤੇ ਆਉਂਦੀ ਆ, ਉਹ ਇਨਸਾਨ ਨੂੰ ਕੁਛ ਨਹੀਂ ਕਹਿੰਦੀ। ਪਰ ਇਹ ਜਿਹੜੀ ਨਸਲ ਆ ਜਿਹੜੀ ਇੱਥੇ ਦੇਖਦੇ ਪਏ ਆ, ਇਹ ਇਨਸਾਨ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਆ। ਇਹ ਖੂਨ ਚੂਸ ਲੈਂਦੀ ਆ, ਸਾਰੀ ਬਾਡੀ ਤੇ ਛਾਲੇ ਪਾ ਦਿੰਦੀ ਆ। ਸੋ ਵੀ ਵਿਲ ਸੀ ਦੈਟ ਇਸ ਦਾ। ਔਰ ਇਹਨੂੰ ਜਿਹੜਾ ਜਿਸ ਰਾਜੇ ਦੀ ਜੌਬ ਸੀਗੀ, ਜਿਸ ਦੇਵਤੇ ਦੀ ਜੌਬ ਸੀ, ਉਸ ਦਾ ਨਾਂ ਸੀ ਗੈਬ। ਸੋ ਆਹ ਜਿਹੜਾ ਇਧਰਲੇ ਪਾਸੇ ਅਸੀਂ ਦੇਖਦੇ ਪਏ ਹਾਂ, ਅਗਰ ਤੁਸੀਂ ਇਸ ਪੈਰ ਨੂੰ ਦੇਖੋ ਤਾਂ ਤੁਸੀਂ ਦੇਖੋ ਇਸ ਪੈਰ ਨੂੰ ਕਿਸ ਤਰ੍ਹਾਂ ਤੋੜ ਕੇ ਖਾਧਾ ਆ ਇਹਨਾਂ ਨੇ, ਔਰ ਇਸ ਦੇ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਸੀਗੀਆਂ। ਔਰ ਆਹ ਉਹਨਾਂ ਦਾ ਦੇਵਤਾ ਜਿਹੜਾ ਇਸ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਰੱਖਦਾ ਸੀ, ਇਸ ਦੀ ਜੌਬ ਹੁੰਦੀ ਸੀ। ਸੋ ਇਸ ਦਾ ਨਾਂ ਹੈਗਾ ਗੈਬ। ਔਰ ਉਸ ਵੇਲੇ ਜਿਹੜੇ ਲੋਕ ਜਿਹੜੇ ਪੁੱਛਦੇ ਪਏ ਸੀਗੇ, ਉਹਨਾਂ ਦਾ ਇੱਕੋ ਹੀ ਸਵਾਲ ਸੀ ਸਾਰਿਆਂ ਨੂੰ ਕਿ ਸਾਡਾ ਦੇਵਤਾ ਕਿੱਥੇ ਹੈ। ਸੋ ਜਾਦੂਗਰਾਂ ਨੇ ਆਪਣੇ ਦੇਵਤੇ ਨੂੰ ਆਵਾਜ਼ ਮਾਰੀ ਹੈ। ਉਹਨਾਂ ਨੇ ਕਿਹਾ ਇਟਸ ਸਿੰਪਲ, ਆਪਣੇ ਦੇਵਤੇ ਨੂੰ ਆਵਾਜ਼ ਮਾਰੀ। ਲੇਕਿਨ ਜਿੱਦਾਂ ਅੱਗੇ ਉਹ ਡੱਡੂ ਪੈਦਾ ਕਰ ਦਿੰਦੇ ਸੀਗੇ ਤੇ ਪਾਣੀ ਲਾਲ ਕਰ ਦਿੰਦੇ ਸੀਗੇ, ਤਾਂ ਹੁਣ ਨਹੀਂ ਉਹ ਕਰ ਸਕੇ, ਕਿਉਂਕਿ ਹੁਣ ਇੱਕ ਐਸੀ ਚੀਜ਼ ਆ ਗਈ ਜਿਹੜੀ ਉਹਨਾਂ ਨੇ ਪਹਿਲਾਂ ਕਦੀ ਕੀਤੀ ਨਹੀਂ। ਡੱਡੂ ਬਣਾ ਕੇ ਦਿਖਾਇਆ ਸੀ ਉਹਨਾਂ ਨੇ ਲੋਕਾਂ ਨੂੰ, ਔਰ ਇਸੇ ਤਰ੍ਹਾਂ ਉਹਨਾਂ ਨੇ ਪਾਣੀ ਲਾਲ ਹੋ ਗਿਆ ਤਾਂ ਪਾਣੀ, ਉਹ ਸਾਰੇ ਉਹਨਾਂ ਨੇ ਟ੍ਰਿਕ ਖੇਲੇ ਉਸ ਤੇ ਰਾਜੇ ਦੇ ਨਾਲ। ਲੇਕਿਨ ਆਹ ਨਵੀਂ ਚੀਜ਼ ਸੀ। ਸੋ ਉਹਨਾਂ ਨੇ ਆਪਣੇ ਦੇਵਤੇ ਨੂੰ ਆਵਾਜ਼ ਦਿੱਤੀ, ਹੋਵੇ ਤਾਂ ਸੁਣੇ। ਉਹ ਤਾਂ ਮੰਦਿਰ ਬਣਾਏ ਹੋ ਸੀਗੇ ਸਿਰਫ ਲੋਕਾਂ ਨੂੰ ਢੂੰਡਣ ਦੀ ਖਾਤਰ, ਔਰ ਰਾਜਿਆਂ ਤੋਂ ਪੈਸਾ ਖਾਣ ਦੀ ਖਾਤਰ, ਕਿ ਇਹ ਦੇਵਤੇ ਆ ਜਿਹੜੇ ਸਾਨੂੰ ਬਚਾ ਕੇ ਰੱਖਦੇ ਆ, ਇਹ ਦੇਵਤੇ ਆ ਜਿਹੜੇ ਸਾਡਾ ਬਚਾਅ ਕਰਦੇ ਪਏ।
लेकिन प्रभु ने इत्थे एक चीज जिहड़ी दिखाई आ वो ये नहीं कि प्रभु ने बहुत बड़ी शक्ति दे नाल ये सारियां चीज़ां कीतियां, यस नहीं कीतियां, लेकिन जिहड़ियां चीज़ां दिखा रहा इजरायली लोकां नूं दिखा रहा कि तुहानूं इन्हां देवतियां तो डरन दी लोड़ नहीं। मिस्रियां नूं वो दिखा रहा कि ये देवते है नहीं गे, एक कुछ नहीं कर सकते मेरी ताकत के मोरे। और उन्होंने जादूगरां दे हाथों बेसिकली खड़े हो गए कि असीं कुछ नहीं कर सकते। ये कोई ऐसा देवता जिहड़ा बाहर लाया, ये कोई परमेश्वर होर है जिहड़ा साडे कोल नहीं गा, असीं कुछ नहीं कर सकते। सो असीं देखते पाए कि सिर्फ एक एक करके किस तरह प्रभु कल्ली कल्ली चीज नूं ढा ला रहा उन्हां दी। ठीक, सो हुण असीं आ गए 20वीं आयत ते 20 तो लैके आओ इसनूं असीं 30 तक पढ़ांगे। 32 तक सॉरी, जिसनूं मैं ही पढ़ देना पास्टर जी। आ मक्खां दा आउणा। फिर प्रभु ने मूसा नूं कहा, तू अगली सवेरे तड़के उठ के नदी ते जा ਅਤੇ ਉੱਥੇ ਤੂੰ ਫਿਰੌਨ ਰਾਜਾ ਦੇ ਆਉਣ ਦੀ ਉਡੀਕ ਕਰਨਾ। ਜਦੋਂ ਰਾਜਾ ਉੱਥੇ ਆ ਜਾਵੇ ਤਾਂ ਤੂੰ ਉਸ ਨੂੰ ਕਹਿਣਾ, ਪ੍ਰਭੂ ਦਾ ਕਹਿਣਾ ਹੈ ਕਿ ਮੇਰੇ ਲੋਕਾਂ ਨੂੰ ਮੇਰੀ ਪੂਜਾ ਕਰਨ ਜਾਣ ਦੇ। ਜੇਕਰ ਤੂੰ ਉਹਨਾਂ ਨੂੰ ਨਹੀਂ ਜਾਣ ਦੇਵੇਂਗਾ ਤਾਂ ਮੈਂ ਤੇਰੇ ਦੇਸ਼ ਵਿੱਚ ਮੱਖਾਂ ਦੇ ਝੁੰਡ ਘੱਲਾਂਗਾ ਜੋ ਤੇਰੇ ਤੇ ਤੇਰੇ ਨੌਕਰਾਂ ਦੇ ਘਰਾਂ ਨੂੰ ਭਰ ਦੇਣਗੇ, ਇੱਥੋਂ ਤੱਕ ਕਿ ਉਹ ਤੇਰੇ ਉੱਤੇ ਵੀ ਚੜ੍ਹ ਆਉਣਗੇ। ਉਹ ਤੇਰੇ ਖੇਤਾਂ ਵਿੱਚ ਹਰ ਥਾਂ ਛਾ ਜਾਣਗੇ, ਪਰ ਇਹ ਮੱਖ ਗੋਸ਼ਾਨ ਦੇ ਇਲਾਕੇ ਵਿੱਚ ਨਹੀਂ ਜਾਣਗੇ ਜਿੱਥੇ ਮੇਰੇ ਲੋਕ ਰਹਿ ਰਹੇ ਹਨ। ਇਸ ਤੋਂ ਤੂੰ ਜਾਣ ਜਾਵੇਂਗਾ ਕਿ ਮੈਂ ਹੀ ਧਰਤੀ ਦਾ ਕੇਵਲ ਇੱਕ ਮਾਤਰ ਪ੍ਰਭੂ ਹਾਂ। ਇਸ ਤਰ੍ਹਾਂ ਮੈਂ ਆਪਣੇ ਲੋਕਾਂ ਅਤੇ ਤੇਰੇ ਲੋਕਾਂ ਵਿੱਚ ਇਹ ਫਰਕ ਕਰਾਂਗਾ। ਪ੍ਰਭੂ ਨੇ ਠੀਕ ਇਸੇ ਤਰ੍ਹਾਂ ਕੀਤਾ ਤੇ ਸਾਰਾ ਮਿਸਰ ਮੱਖਾਂ ਦੇ ਝੁੰਡਾਂ ਨਾਲ ਭਰ ਗਿਆ। ਰਾਜਾ ਅਤੇ ਉਸ ਦੇ ਸਭ ਨੌਕਰਾਂ ਦੇ ਘਰ ਮੱਖਾਂ ਨਾਲ ਭਰ ਗਏ। ਇਹਨਾਂ ਮੱਖਾਂ ਦੇ ਕਾਰਨ ਮਿਸਰ ਦੇਸ਼ ਦੀ ਧਰਤੀ ਉਜੜ ਗਈ। ਫਿਰੌਨ ਰਾਜਾ ਨੇ ਤੁਰੰਤ ਮੂਸਾ ਅਤੇ ਹਾਰੂਨ ਨੂੰ ਕਿਹਾ, ਜਾਓ ਅਤੇ ਆਪਣੇ ਪਰਮੇਸ਼ਵਰ ਸਾਹਮਣੇ ਬਲੀ ਚੜਾਓ। ਪਰ ਇਸੇ ਦੇਸ਼ ਵਿੱਚ मूसा ने उत्तर दिता, नहीं, ये ठीक नहीं होवेगा। असी ਉਹ ਪਸ਼ੂ ਬਲੀ ਕਰਾਂਗੇ ਜੋ ਮਿਸਰੀਆਂ ਲਈ ਮਨਾ ਹੈ। ਇਸ ਉਹ ਪਸ਼ੂਆਂ ਨੂੰ ਬਲੀ ਹੁੰਦਾ ਦੇਖਣਗੇ ਤਾਂ ਉਹ ਪਥਰਾਵ ਕਰਨਗੇ। ਇਸ ਲਈ ਜ਼ਰੂਰੀ ਹੈ ਕਿ ਅਸੀਂ 3 ਦਿਨ ਦਾ ਸਫ਼ਰ ਕਰਕੇ ਉਜਾੜ ਵਿੱਚ ਜਾਈਏ ਅਤੇ ਪ੍ਰਭੂ ਦੇ ਸਾਡੇ ਪਰਮੇਸ਼ਵਰ ਦੇ ਕਹੇ ਅਨੁਸਾਰ ਉਸ ਦੇ ਸਾਹਮਣੇ ਬਲੀ ਚੜਾਈਏ। ਫਿਰੌਨ ਨੇ ਕਿਹਾ, ਮੈਂ ਤੁਹਾਨੂੰ ਬਲੀ ਚੜਾਉਣ ਲਈ ਉਜਾੜ ਵਿੱਚ ਇਸ ਸ਼ਰਤ ਤੇ ਜਾਣ ਦੇਵਾਂਗਾ ਕਿ ਤੁਸੀਂ ਬਹੁਤ ਦੂਰ ਨਾ ਜਾਵੋ, ਪਰ ਮੇਰੇ ਲਈ ਪ੍ਰਾਰਥਨਾ ਕਰੋ। मूसा ने राजा ਨੂੰ ਕਿਹਾ, मैं ਹੁਣ ਤੇਰੇ ਕੋਲੋਂ ਜਾ ਰਿਹਾ ਹਾਂ, ਪਰ ਕੱਲ ਮੈਂ ਪ੍ਰਭੂ ਅੱਗੇ ਪ੍ਰਾਰਥਨਾ ਕਰਾਂਗਾ ਕਿ ਤੇਰੇ ਅਤੇ ਤੇਰੇ ਨੌਕਰਾਂ ਤੇ ਲੋਕਾਂ ਕੋਲੋਂ ਮੱਖਾਂ ਹਟਾ ਲਏ ਜਾਣ। ਪਰ ਤੂੰ ਸਾਨੂੰ ਫਿਰ ਧੋਖਾ ਨਾ ਦੇਣਾ ਅਤੇ ਸਾਡੇ ਲੋਕਾਂ ਨੂੰ ਪ੍ਰਭੂ ਅੱਗੇ ਬਲੀ ਚੜਾਉਣ ਜਾਣ ਦੇਣਾ। ਸੋ मूसा ਨੇ ਜਾ ਕੇ ਪ੍ਰਭੂ ਅੱਗੇ ਮੱਖਾਂ ਦੇ ਸੰਬੰਧ ਵਿੱਚ ਪ੍ਰਾਰਥਨਾ ਕੀਤੀ। ਪ੍ਰਭੂ ਨੇ ਸਭ ਮੱਖਾਂ ਨੂੰ ਰਾਜਾ ਅਤੇ ਉਸਦੇ ਨੌਕਰਾਂ ਦੇ ਘਰਾਂ ਵਿੱਚੋਂ ਦੂਰ ਕਰ ਦਿੱਤਾ। ਸਾਰੇ ਮਿਸਰ ਵਿੱਚ ਇੱਕ ਮੱਖ ਵੀ ਪਿੱਛੇ ਨਾ ਰਿਹਾ। ਫਿਰ ਫਿਰੌਨ ਰਾਜਾ ਨੇ ਆਪਣੇ ਦਿਲ ਫਿਰ ਸਖਤ ਕਰ ਲਿਆ ਅਤੇ ਉਸਨੇ ਇਜ਼ਰਾਈਲੀ ਲੋਕਾਂ ਨੂੰ ਨਾ ਜਾਣ ਦਿੱਤਾ। अच्छा भी ये प्रभु का वचन है, सारे जाने बारी बारी पढ़िया करो है। सो इस ਇਹਦੇ ਨਾਲ ਬਰਕਤ ਮਿਲਦੀ ਆ। ਸੋ ਦੇਖੋ ਇੱਥੇ ਇਹਦੇ ਵਿੱਚ ਸਾਨੂੰ ਬਹੁਤ ਕੁਝ ਮਿਲਦਾ। ਇਸ ਦੇ ਵਿੱਚ ਉਸਨੇ मूसा ਨੂੰ ਦੁਬਾਰਾ ਘੱਲਿਆ। ਹਾਲੇ ਤੱਕ ਜਿਹੜੀ ਇੱਕ ਬੜਾ ਆ ਉਹਨਾਂ ਦੇ ਉੱਤੇ ਆ ਕੇ ਹਟੀ, ਉਹਨਾਂ ਦੇ ਸਾਰੇ ਸਰੀਰ ਜਿਹੜੇ ਆ ਜ਼ਖਮਾਂ ਦੇ ਨਾਲ ਭਰੇ ਪਏ। ਲੇਕਿਨ ਗੋਸ਼ਾਨ ਦੇ ਇਲਾਕੇ ਦੇ ਵਿੱਚ ਕੁਝ ਨਹੀਂ ਹੋ ਰਿਹਾ। ਸਭ ਤੋਂ ਵੱਡੀ ਚੀਜ਼ ਇਹ ਹੈ, ਜਿੱਥੇ ਪ੍ਰਭੂ ਦੇ ਲੋਕ ਰਹਿੰਦੇ ਆ ਗੋਸ਼ਨ ਦੇ ਇਲਾਕੇ ਦੇ ਵਿੱਚ, ਉੱਥੇ ਕੁਝ ਨਹੀਂ ਹੋ ਰਿਹਾ। ਔਰ ਇਹ ਸਾਰੀਆਂ ਚੀਜ਼ਾਂ ਦੂਜੇ ਪਾਸੇ ਹੋ ਰਹੀਆਂ। ਔਰ ਜਿਸ ਵੇਲੇ ਅਸੀਂ ਉਹ ਮੁੜ ਕੇ ਗਏ ਆ, ਉਹਨਾਂ ਨੇ ਕਿਹਾ ਕਿ ਦੇਖ ਜੇ ਸਾਨੂੰ ਜਾਣ ਦੇ ਤਾਂ ਨਹੀਂ ਤਾਂ ਫਿਰ ਇੱਕ ਬੜਾ ਜਿਹੜੀ ਅਗਲੀ ਆ ਰਹੀ ਆ ਉਹ ਤੁਹਾਡੇ ਘਰਾਂ ਨੂੰ ਭਰ ਦੇਗੀ। ਔਰ ਉਹ ਮੱਖੀਆਂ ਦੀ ਬੜਾ ਤੁਹਾਡੇ ਆਏਗੀ ਤੇ ਤੁਹਾਡੇ ਇੱਥੇ ਤੱਕ ਕਿ ਜਿਹੜਾ ਰਾਜ ਮਹਿਲ ਆ ਉਸ ਨੂੰ ਵੀ ਭਰ ਦੇਗੀ। ਤਾਂ ਉਸਨੇ ਕਿਹਾ ਕਿ ਨਹੀਂ, ਤੁਸੀਂ ਜਾ ਸਕਦੇ ਆ ਤੁਸੀਂ, ਪਰ ਤੁਹਾਨੂੰ ਇਜਿਪਟ ਦੇ ਵਿੱਚ ਹੀ ਉਹ ਬਲੀ ਦੇਣੀ ਪਏਗੀ। ਔਰ ਇੱਥੇ ਇੱਕ ਬੜੀ ਸੁੰਦਰ ਚੀਜ਼ ਆਉਂਦੀ ਹੈ ਜਿਹਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ, ਔਰ ਉਹ ਹੈ ਕਿ
26ਵੀਂ ਆਇਤ ਦੇ ਵਿੱਚ ਅਸੀਂ ਦੇਖਦੇ ਹਾਂ मूसा ने ਕਿਹਾ ਉੱਤਰ ਦਿੱਤਾ ਨਹੀਂ ਇਹ ਠੀਕ ਨਹੀਂ ਹੋਵੇਗਾ ਅਸੀਂ ਉਹ ਪਸ਼ੂ ਬਲੀ ਕਰਾਂਗੇ ਜੋ ਮਿਸਰੀਆਂ ਦੇ ਲਈ ਮਨਾ ਹੈ ਉਹ ਪਸ਼ੂਆਂ ਨੂੰ ਬਲੀ ਹੁੰਦਾ ਦੇਖਣਗੇ ਤਾਂ ਉਹ ਪਥਰਾਓ ਕਰਨਗੇ ਇਸ ਲਈ ਜ਼ਰੂਰੀ ਹੈ ਕਿ ਅਸੀਂ 3 ਦਿਨ ਦਾ ਸਫ਼ਰ ਕਰਕੇ ਉਜਾੜ ਦੇ ਵਿੱਚ ਜਾਈਏ ਅਤੇ ਪ੍ਰਭੂ ਦੇ ਸਾਹਮਣੇ ਪਰਮੇਸ਼ਰ ਦੇ ਕਹੇ ਅਨੁਸਾਰ ਉਸ ਦਿਨ ਬਲੀ ਚੜਾਈਏ ਔਰ ਅਸੀਂ ਜਿੱਦਾਂ ਪਹਿਲਾਂ ਦੇਖਿਆ ਸੀ ਕਿ ਇਜਿਪਟ ਦੇ ਵਿੱਚ ਪਹਿਲਾਂ ਇੱਕ ਗਰੁੱਪ ਆਜੜੀਆਂ ਦਾ ਹੋਰ ਆਇਆ ਸੀ ਜਿਨ੍ਹਾਂ ਨੇ ਆਸਤਾ ਗੋਸ਼ਨ ਦੇ ਇਲਾਕੇ ਦੇ ਉੱਤੇ ਕਬਜ਼ਾ ਕਰ ਲਿਆ ਸੀ ਔਰ ਉਹਨਾਂ ਦੇ 3 ਫੈਰੋ ਹੋਏ ਸੀ ਔਰ ਉਹਨਾਂ ਨੇ ਬਹੁਤ ਸਾਰੇ ਇਜਿਪਸ਼ੀਅਨ ਲੋਕਾਂ ਨੂੰ ਮਾਰ ਦਿੱਤਾ ਸੀ ਔਰ ਕਿਉਂਕਿ ਉਹ ਜਿਹੜੀ ਸੀ ਭੇਡਾਂ ਬੱਕਰੀਆਂ ਚਰਾਉਂਦੇ ਸੀ ਤਾਂ ਇਸ ਕਰਕੇ ਮਿਸਰ ਦੇ ਵਿੱਚ ਭੇਡ ਜਾਂ ਬੱਕਰੀ ਦੀ ਬਲੀ ਨਹੀਂ ਸੀ ਦਿੱਤੀ ਜਾਂਦੀ ਉਹ ਇਸ ਨੂੰ ਅਸ਼ੁੱਧ ਗਿਣਦੇ ਸੀ ਔਰ ਅਗਰ ਕਿਸੇ ਨੂੰ ਉਹ ਭੇਡ ਜਾਂ ਬੱਕਰੀ ਦੀ ਬਲੀ ਚੜਾਉਂਦਾ ਦੇਖ ਲੈਂਦੇ ਸੀ ਤਾਂ ਉਹ ਪੱਥਰ ਮਾਰਦੇ ਸੀ ਇਹ ਉਹਨਾਂ ਦੀ ਨਫ਼ਰਤ ਸੀ ਉਹਨਾਂ ਦੇ ਅੰਦਰ ਭਰੀ ਪਈ ਲੇਕਿਨ ਉਹਨਾਂ ਨੇ ਉਸਨੇ ਕਿਹਾ ਕਿ ਇਹ ਅਸੀਂ ਇੱਥੇ ਨਹੀਂ ਕਰ ਸਕਦੇ ਸਾਨੂੰ 3 ਦਿਨ ਉਜਾੜ ਦੇ ਵਿੱਚ ਜਾਣਾ ਪੈਣਾ ਹੈ ਨਾ ਹੁਣ ਉਸਨੇ मूसा ਨੂੰ ਕਿਹਾ ਕਿ ਤੂੰ ਇਹਨਾਂ ਮੱਖਾਂ ਨੂੰ ਇੱਥੋਂ ਹਟਾ ਦੇ ਔਰ ਹੁਣ ਅਸੀਂ ਬੇਸਿਕਲੀ ਉਹਦੇ ਜਾਦੂਗਰਾਂ ਦੇ ਬਾਰੇ ਪੜ੍ਹਨਾ ਅਸੀਂ ਬੰਦ ਕਰ ਦਿੱਤਾ ਹੈ ਹੁਣ ਨਹੀਂ ਆਉਂਦਾ ਪਿਆ ਉਹਨਾਂ ਦਾ ਜ਼ਿਕਰ ਵੀ ਨਹੀਂ ਆਉਂਦਾ ਪਿਆ ਕਿਉਂਕਿ ਉਹਨਾਂ ਨੇ ਜੂਆਂ ਦੀਆਂ ਜਦੋਂ ਆਈ ਸੀਗੀ ਔਰ ਉਸਨੂੰ ਉਹ ਨਹੀਂ ਹਟਾ ਸਕੇ ਰਾਜਾ ਇਸ ਚੀਜ਼ ਦੇ ਵਿੱਚ ਨਹੀਂ ਹੈਗਾ ਕਿ ਤੁਸੀਂ ਮੈਨੂੰ ਲਹੂ ਬਣਾ ਕੇ ਦਿਖਾਤਾ ਤੇ ਡੱਡੂ ਬਣਾ ਕੇ ਦਿਖਾਤਾ ਤੇ ਹੁਣ ਤੁਸੀਂ ਜੂਆਂ ਬਣਾਉਣ ਲੱਗੇ ਆ ਉਹ ਇਹ ਕਹਿੰਦਾ ਕਿ ਇਹਨਾਂ ਨੂੰ ਹਟਾਓ ਬਣਾਓ ਨਹੀਂ ਜੇ ਤੁਸੀਂ ਵੀ ਬਣਾਤੀਆਂ ਤਾਂ ਸਾਡੇ ਕੋਲ ਤਾਂ ਆਲਰੇਡੀ ਬਹੁਤ ਹੈਗੀਆਂ ਤੇ ਹੋਰ ਹੋ ਜਾਣਗੀਆਂ ਤੁਸੀਂ ਇਹਨਾਂ ਨੂੰ ਹਟਾਓ ਸੋ ਰਾਜਾ ਦਾ ਵੀ ਉਹਨਾਂ ਦੇ ਉੱਤੋਂ ਸਾਰੇ ਦਾ ਸਾਰਾ ਜਿਹੜਾ ਵਿਸ਼ਵਾਸ ਸੀ ਉਹ ਉੱਠ ਗਿਆ ਉਹ ਬਿਲਕੁਲ ਉੱਠ ਗਿਆ ਔਰ ਪ੍ਰਭੂ ਦੇ ਲੋਕੋ ਇੱਕ ਸਮਾਂ ਆਏਗਾ ਜਿਸ ਵੇਲੇ ਪ੍ਰਭੂ ਦੀਆਂ ਇਹ ਬੜਾਵਾਂ ਜਿਹੜੀਆਂ ਅਸੀਂ ਨਵੇਂ ਨਿਯਮ ਦੇ ਵਿੱਚ ਦੇਖਦੇ ਹਾਂ ਜਿਹੜੀਆਂ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਦੇਖਦੇ ਹਾਂ ਜਿਸ ਲਈ ਉਹ ਬੜਾਵਾਂ ਆਈਆਂ ਤੇ ਬਹੁਤ ਸਾਰੇ ਇਹ ਜਿਹੜੇ ਬਾਬੇ ਆ ਇਹਨਾਂ ਤੋਂ ਲੋਕਾਂ ਦਾ ਜਿਹੜਾ ਮਨ ਹਟ ਜਾਏਗਾ ਲੱਭਣਗੇ ਹੋ ਕੀ ਰਿਹਾ ਕਿਉਂਕਿ ਇਹਨਾਂ ਦੇ ਵਿੱਚ ਕੋਈ ਤਾਕਤ ਨਹੀਂ ਹੋਏਗੀ ਇਹਨਾਂ ਕੋਲ ਹਾਲੇ ਵੀ ਤਾਕਤ ਹੈ ਨਹੀਂ ਇਹਨਾਂ ਕੋਲ ਫਿਰ ਵੀ ਨਹੀਂ ਹੋਏਗੀ ਕਿ ਉਸ ਨੂੰ ਰੋਕ ਸਕਣ ਸੋ ਇੱਥੇ ਜਿਹੜੀ ਚੀਜ਼ ਅਸੀਂ ਦੇਖਦੇ ਪਏ ਹਾਂ ਉਸਨੇ ਪ੍ਰਭੂ ਦੇ ਅੱਗੇ ਦੁਆ ਕੀਤੀ मूसा ਨੇ ਇੱਕ ਵੀ ਮੱਖ ਨਹੀਂ ਰਹੀ ਕਲੀਨ ਪਰ ਰਾਜਾ ਨੇ ਆਪਣਾ ਮਨ ਫਿਰ ਸਖਤ ਕਰ ਲਿਆ ਸੋ ਇੱਥੇ ਅਸੀਂ ਜਿਹੜਾ ਦੇਖਦੇ ਪਏ ਹਾਂ ਕਿਉਂਕਿ ਜਿਹੜਾ ਅਮਨ ਰਾਜ ਸੀਗਾ ਇਸ ਦੀਆਂ ਕਈ ਜਿਸ ਤਰ੍ਹਾਂ ਕਿ ਚਿਹਰੇ ਸੀਗੇ ਔਰ ਵੱਖ-ਵੱਖ ਤਰ੍ਹਾਂ ਦੇ ਨਾਲ ਇਹ ਕੰਮ ਕਰਦਾ ਸੀ ਲੇਕਿਨ ਜਿਹੜਾ ਇਹਨਾਂ ਦਾ ਦੇਵਤਾ ਜਿਹੜਾ ਇਸ ਨੂੰ ਸੰਭਾਲਦਾ ਸੀਗਾ ਇਹਨਾਂ ਮੱਖਾਂ ਮੁੱਖਾਂ ਦੀ ਜਿਹੜੀ ਸਾਰੇ ਕੁਝ ਕਰਦਾ ਸੀ ਇਹ ਦੇਵਤਾ ਸੀ ਜਿਸ ਨੂੰ ਇਹ ਅਮਨ ਰਾ ਕਹਿੰਦੇ ਸੀ ਸੋ ਇਹਦੇ ਉੱਤੇ ਅਗਰ ਤੁਸੀਂ ਸਿਰ ਦਾ ਇਹ ਦੇਖੋ ਇਹ ਕੰਪਲੀਟਲੀ ਡਿਫਰੈਂਟ ਆ ਇਹ ਹਮੇਸ਼ਾ ਇਹ ਜਿਹੜਾ ਨਿਸ਼ਾਨ ਆ ਉਹ ਅਸੀਂ ਦੇਖਦੇ ਹੈਗੇ ਆ ਜਿਹੜੀਆਂ ਉਹਨਾਂ ਦਾ ਪ੍ਰੋਹਤ ਆ ਉਸਦੇ ਹੱਥਾਂ ਦੇ ਵਿੱਚ ਉਹਦੇ ਹੱਥ ਦੇ ਵਿੱਚ ਵੀ ਇਹ ਚੀਜ਼ਾਂ ਫੜੀਆਂ ਹੁੰਦੀਆਂ ਸੋ ਇਹ ਦੇਵਤਾ ਵੀ ਉਹਨਾਂ ਦਾ ਕੁਝ ਨਹੀਂ ਕਰ ਸਕਿਆ ਸੋ ਪ੍ਰਭੂ ਦੇ ਲੋਕਾਂ ਦਾ ਵੀ ਜਿਹੜਾ ਡਰ ਇਹਦੇ ਤੋਂ ਸੀਗਾ ਉਹ ਜਾਂਦਾ ਰਿਹਾ ਔਰ ਇਜਿਪਟ ਦੇ ਲੋਕਾਂ ਨੂੰ ਮਿਸਰ ਦੇ ਲੋਕਾਂ ਨੂੰ ਪ੍ਰਭੂ ਨੇ ਦਿਖਾਤਾ ਕਿ ਇਹ ਜਿਹੜਾ ਦੇਵਤਾ ਆ ਇਸ ਦੇ ਵਿੱਚ ਕੋਈ ਤਾਕਤ ਨਹੀਂ ਜਿਸ ਦਾ ਇਹ ਇਹਨਾਂ ਬੜਾਵਾਂ ਦਾ ਜਿਹੜੀਆਂ ਆਉਂਦੀਆਂ ਪਈਆਂ ਇਹਨਾਂ ਦਾ ਮਤਲਬ ਇਹ ਹੈ ਪ੍ਰਭੂ ਬਹੁਤ ਚੀਜ਼ਾਂ ਕਰਦਾ ਪਿਆ ਔਰ ਅਸੀਂ ਫਟਾਫਟ ਕਹਿੰਦੇ ਪ੍ਰਭੂ ਨੇ 10 ਬੜਾਵਾਂ ਲਿਆ ਕੇ ਤਾਂ ਆਪਣੇ ਲੋਕਾਂ ਨੂੰ ਉੱਥੋਂ ਕੱਢਿਆ no that's not true ਉਹਨਾਂ ਨੇ ਲੋਕਾਂ ਨੂੰ ਕਿਸੇ ਚੀਜ਼ ਦੇ ਡਰ ਥੱਲੋਂ ਨਹੀਂ ਕੱਢਿਆ ਉਸਨੇ ਲੋਕਾਂ ਨੂੰ ਦਿਖਾਤਾ ਕਿ ਜੇ ਤੁਸੀਂ ਗੁਲਾਮੀ ਦੇ ਵਿੱਚ ਦਿਨ ਕੱਟੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਡੇ ਨਾਲ ਸੀ ਮੈਂ ਤੁਹਾਡੇ ਨਾਲ ਹਾਂ ਔਰ ਤੁਹਾਡੇ ਨਾਲ ਹਮੇਸ਼ਾ ਰਹਾਂਗਾ ਔਰ ਇਹ ਜਿਹੜੇ ਦੇਵਤੇ ਆ
ये मेरे सामने कुछ भी नहीं, ये कुछ भी नहीं। ये छज च पायो दाणियां वांग, बल्कि छज दे विच पायो तूड़ी दे वांग। इस तो इलावा इन्हां दी कोई जगह नहीं। सो आओ असीं अगला देखिए, 9वें भाव दे विच असीं आ गए हां, तां उस दी असीं एक आयत तो लैके असीं देखांगे 7 आयत तक। मैं पढ़ देने बस। गो अहेड। पशु, हाँ जी, पशुओं का मरना। तब फिर प्रभु ने मूसा नूं कहा, तू फिरौन राजा नूं जाके कह, इब्रानियां दे प्रभु परमेश्वर दा कहना यह है कि तू मेरे लोकां नूं मेरी पूजा करन जाण दे। जेकर तू मेरे लोकां नूं नहीं जाण देवेगा तां मैं तुहाडे सब पशुआं ते एक मरी घल्लांगा, अर्थात तुहाडे पशुआं ते जो खेतां विच हन, घोड़ियां ते गधियां ते ऊठां ते चौवियां ते इजड़ां ते। पर प्रभु इजराइलियां दे पशुआं विच फर्क रखेगा। इजराइलियां दा कोई पशु नहीं मरेगा। ये मरी मैं कल तुहाडे पशुआं ते घल्लांगा। अगली सवेरे प्रभु ने ठीक अपने कहे अनुसार किया अते मिस्रियां दे सब पशु मर गए, पर इजराइलियां दा एक भी पशु दा नुकसान ना होया। राजा ने जदों पूछया तां उसनूं पता लगा कि इजराइलियां दा एक भी पशु नहीं मरिया, पर उसने अपने दिल नूं फिर भी नरम ना कीता ते इजराइलियां लोकां नूं ना जाण दिता। इजरायली लोकां नूं उसने ना जाण दिता। सो हुण ਜਿਹੜੀ ਉਹਨਾਂ ਦੀ ਇੱਕ ਦੇਵੀ ਸੀਗੀ ਜਿਸ ਦਾ ਨਾਂ ਉਹ ਹਾਥੌਰ ਕਰਕੇ ਲੈਂਦੇ ਸੀਗੇ। ਸੋ ਲੈਟਸ ਸੀ ਦੈਟ ਦੇਵੀ ਸੀ ਉਹ ਜਿੰਨੇ ਜਿਹੜੇ ਇਹਨਾਂ ਦੇ ਇੱਜੜ ਸੀਗੇ ਉਹਨਾਂ ਇੱਜੜਾਂ ਨੂੰ ਭਾਗ ਲਾਉਣਾ, ਜਿੱਦਾਂ ਕਿ ਅਗਰ ਇਹਨਾਂ ਨੂੰ ਜਿਹੜਾ ਹੈਗਾ ਆ ਵੀ ਇੱਜੜਾਂ ਨੂੰ ਵਧਾਉਣਾ, ਇਹ ਸਾਰਾ ਜਿਹੜਾ ਕੰਮ ਸੀਗਾ ਉਹ ਬੇਸਿਕਲੀ ਇਸ ਦੇਵੀ ਦੇ ਹੱਥਾਂ ਦੇ ਵਿੱਚ ਸੀਗਾ। ਔਰ ਉਹ ਜਦੋਂ ਵੀ ਇੱਜੜਾ ਵਗੈਰਾ ਦੇ ਲਈ ਪੂਜਾ ਕਰਦੇ ਸੀਗੇ ਤਾਂ ਸਾਲ ਬਾਅਦ ਬਲੀ ਲੈ ਕੇ ਜਾਂਦੇ ਸੀਗੇ, ਤਾਂ ਇਸ ਦੇਵੀ ਦੇ ਅੱਗੇ ਲੈ ਕੇ ਜਾਂਦੇ ਸੀਗੇ। ਸੋ ਉਹਨਾਂ ਨੇ ਜਿਸਲੇ ਉਹਨਾਂ ਦੇ ਇੱਜੜ ਹੁਣ ਮਰਨ ਲੱਗੇ ਤਾਂ ਉਹ ਇਸ ਦੇਵੀ ਦੇ ਕੋਲ ਬਲੀਆਂ ਲੈ ਕੇ ਗਏ। ਇਸ ਦੇਵੀ ਦੇ ਕੋਲ ਉਹਨਾਂ ਨੇ ਦੁਆ ਬੇਨਤੀ ਜੋ ਕਰ ਸਕਦੇ ਸੀ, ਜਿੱਦਾਂ ਦੁਆਵਾਂ। ਬਾਏ ਦਾ ਵੇ ਆ ਸਾਰਾ ਜਿਹੜਾ ਲਿਖਿਆ ਹੈ ਇਹ ਲਿਖਤਾਂ ਆ ਜਿਹੜੀਆਂ ਆਹ ਜਿਹੜੇ ਹੈਗੇ ਨਾ ਅੱਖਰ ਅਸੀਂ ਦੇਖਦੇ ਪਏ ਆ, ਇਹ ਐਕਚੁਅਲੀ ਉਹਨਾਂ ਦੀ ਐਲਫਾਬੈਟ ਆ ਜਿਸ ਦੇ ਵਿੱਚ ਇਹ ਦੁਆਵਾਂ ਲਿਖੀਆਂ ਆ ਇਸ ਦੇਵੀ ਦੇ ਪਿੱਛੇ। ਠੀਕ, ਸੋ ਇਸ ਨੂੰ ਹਾਇਰੋਗਲਾਫਿਕ ਕਹਿੰਦੇ ਆ। ਔਰ ਇਹ ਸਾਰੀਆਂ ਦੁਆਵਾਂ ਉਹਨਾਂ ਨੇ ਦੇਵੀ ਦੇ ਅੱਗੇ ਕੀਤੀਆਂ। ਲੇਕਿਨ अगर देवी हुण होवे तो सुने, जे होवेगी तो हुण प्रभु तो बड़ी तां नहीं ना, कुछ नहीं कर सकदी। सो साल दे विच बहुत बड़ा एक त्योहार हुंदा सी हथौड़ दा, जिहड़ा वो लोग मनाउंदे सी। बड़ी इस देवी दी बहुत पूजा कीती जांदी सी। पर राजा नूं पता लग के आया कि साडे देवी दे उत्ते कुछ नहीं कर सकदे। लेकिन हुण दूसरे पासे उसका ध्यान है कि जे मैं इन्हां नूं जा लैण दिता तो काम कौन करेगा। ठीक, सो हाले तक वो उस जगह ते पहुंचा नहीं जिस जगह ते उन्हें पहुंचना चाहिए। सो उसने अपने मन नूं सख्त कर लिया। लेकिन एक देखो फिर एक अजीब चीज कि ना तो मक्खा गोशन दे इलाके विच मक्ख आई, ना जुआ आई, ना डड्डू है, और ना ही जिस वेले ये सारा कुछ हुंदा पिया जानवर मरदे पे, ना जानवर मरे। राजा नूं फर्क क्यों नहीं पिया? उसने कहा कोई नहीं, उन्होंने जानवर ले आवांगे, इब्रानियां दे जानवर ले आवांगे, पर मैं जान नहीं दे। उसने अपना मन सख्त कर लिया। सो कल नूं आपां इन्हां दा टाइम टेबल सारा कुछ देखांगे, लेकिन अज असीं इस दे वल अगे वधदे जावांगे। सो आओ उस तो बाद असीं देखांगे अज 8 तो लैके 12 तक। पढ़ते जाओ फटाफट। थोड़ियां दा निकलना। तद प्रभु ने मूसा अते हरून नूं कहा, तुसीं दोवें पट्ठी विचों सवाह दीआं मुट्ठां भर के
ਫਰਾਉਨ ਦੇ ਦੇਖਦਿਆਂ ਹੋਇਆਂ ਤਾਂ ਆਕਾਸ਼ ਵੱਲ ਸੁੱਟੋ। ਇਹ ਸਵਾਹ ਤਾਂ ਜਾਂਦਿਆਂ ਬਰੀਕ ਕੱਟੇ ਦਾ ਰੂਪ ਧਾਰ ਲਵੇਗੀ ਅਤੇ ਇਸੇ ਨਾਲ ਸਾਰੇ ਮਿਸਰ ਦੇ ਲੋਕਾਂ ਅਤੇ ਪਸ਼ੂਆਂ ਦੇ ਸਰੀਰਾਂ ਤੇ ਪਸ ਭਰੇ ਫੋੜੇ ਨਿਕਲ ਆਉਣਗੇ। ਸੋ ਮੂਸਾ ਅਤੇ ਹरून ਨੇ ਭੱਠੀ ਵਿੱਚੋਂ ਸਵਾਹ ਦੀਆਂ ਮੁੱਠਾਂ ਭਰ ਕੇ ਰਾਜਾ ਦੇ ਸਾਹਮਣੇ ਤਾਂ ਆਕਾਸ਼ ਵੱਲ ਸੁੱਟੀਆਂ, ਤਾਂ ਉਹਨਾਂ ਦੇ ਇਹ ਕਰਦਿਆਂ ਹੀ ਸਭ ਮਿਸਰੀਆਂ ਤੇ ਉਹਨਾਂ ਦੇ ਪਸ਼ੂਆਂ ਨੂੰ ਪਾਕ ਭਰੇ ਫੋੜੇ ਨਿਕਲ ਆਏ। ਮਿਸਰੀ ਜਾਦੂਗਰ ਵੀ ਮੂਸਾ ਤੇ ਹरून ਦੇ ਸਾਹਮਣੇ ਖੜੇ ਨਾ ਹੋ ਸਕੇ, ਕਿਉਂਕਿ ਉਹਨਾਂ ਦੇ ਸਰੀਰ ਵੀ ਫੋੜਿਆਂ ਨਾਲ ਭਰ ਗਏ। ਇਹੋ ਹਾਲ ਬਾਕੀ ਦੇ ਸਭ ਮਿਸਰੀਆਂ ਦਾ ਸੀ। ਪਰ ਫਰਾਉਨ ਰਾਜਾ ਦਾ ਦਿਲ ਫਿਰ ਵੀ ਨਰਮ ਨਾ ਹੋਇਆ ਅਤੇ ਉਸਨੇ ਪ੍ਰਭੂ ਦੇ ਕਹੇ ਅਨੁਸਾਰ ਮੂਸਾ ਅਤੇ ਹरून ਦੀ ਗੱਲ ਨਾ ਸੁਣੀ। ਆਮੀਨ। ਸੋ ਹੁਣ ਇੱਕ ਇੱਕ ਕਰਕੇ ਉਹਨਾਂ ਦੀ ਜਿਹੜੀਆਂ ਡਿਇਟੀਜ਼ ਆ, ਸਾਰੇ ਜਿਹੜੇ ਉਹਨਾਂ ਦੇ ਦੇਵਤੇ ਆ, ਉਹਨਾਂ ਦਾ ਕੰਮ ਤਮਾਮ ਹੋ ਰਿਹਾ ਨਾ। ਹੁਣ ਇਹ ਜਿਹੜਾ ਉਹਨਾਂ ਦਾ ਇੱਕ ਇੰਪੋਟੈਪ ਜਿਹੜਾ ਦੇਵਤਾ ਸੀਗਾ, ਉਹ ਦੋ ਚੀਜ਼ਾਂ ਸੀ। ਇੱਕ ਤਾਂ ਉਹ ਇੱਕ ਇਨਸਾਨ ਦੇ ਰੂਪ ਦੇ ਵਿੱਚ ਵੀ ਹੋਇਆ ਸੀ, ਔਰ ਉਹ ਜਿਹੜਾ ਇਹਨਾਂ ਦਾ ਇੱਕ ਫੈਰੋ ਸੀ, ਉਹਦਾ ਨਾਂ ਸੀ ਜ਼ੋਜ਼ਰ, ਉਹਦੇ ਸਮੇਂ ਦੇ ਵਿੱਚ ਹੋਇਆ ਸੀ। ਔਰ ਉਹਦੇ ਲਈ ਇਹ ਦੱਸਦੇ ਆ ਕਿ ਉਸਨੇ ਸਾਰੀ ਦੁਨੀਆ ਦੇ ਵਿੱਚ ਘੁੰਮ ਕੇ ਇਹ ਗਿਆਨ ਪ੍ਰਾਪਤ ਕੀਤਾ ਸੀ ਵੈਦਗਿਰੀ ਦਾ। ਉਹ ਇੱਕ ਵੈਦ ਸੀ, ਔਰ ਉਸਨੇ ਜਾ ਕੇ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਨੂੰ ਸਿਖਾਇਆ, ਔਰ ਉਸਦੇ ਨਾਲ ਇੱਕ ਵਧੀਆ ਇਲਾਜ ਦਾ ਸਿਸਟਮ ਜਿਹੜਾ ਸੀਗਾ ਉਹ ਇਜਿਪਟ ਦੇ ਵਿੱਚ ਆਇਆ, ਔਰ ਉਹਨਾਂ ਨੇ ਉਸਨੂੰ ਆਪਣਾ ਦੇਵਤਾ ਬਣਾ ਲਿਆ, ਔਰ ਉਸਨੂੰ ਉਹ ਦੇਵਤੇ ਦੀ ਤਰ੍ਹਾਂ ਪੂਜਦੇ ਸੀਗੇ। ਔਰ ਜਿਸ ਵੇਲੇ ਵੀ ਕੋਈ ਬਿਮਾਰ ਹੁੰਦਾ ਸੀ ਤਾਂ ਬੇਸਿਕਲੀ ਉਹਦਾ ਜਿਹੜਾ ਮੰਦਿਰ ਸੀਗਾ ਉੱਥੇ ਜਾਂਦੇ ਸੀਗੇ, ਔਰ ਉੱਥੇ ਜਾ ਕੇ ਉਹ ਆਪਣਾ ਇਲਾਜ ਲੱਭਦੇ ਸੀ। ਹੁਣ ਅਗਰ ਅਸੀਂ ਇਸ ਪਿਕਚਰ ਨੂੰ ਦੇਖਦੇ ਪਏ ਹਾਂ, ਅਗਰ ਅਸੀਂ ਇਸ ਪਿਕਚਰ ਨੂੰ ਦੇਖਦੇ ਪਏ ਹਾਂ ਤੇ ਇਹ ਬੇਸਿਕਲੀ ਇੱਕ ਇਨਸਾਨ, ਇਹ ਕੋਈ ਜਿੱਦਾਂ ਜਾਨਵਰ ਦਾ ਏਦਾਂ ਨਹੀਂ ਹੈਗਾ। ਇਹ ਬੰਦਾ ਹੋਇਆ ਸੀ, ਔਰ ਇਹ ਬਹੁਤ ਫੇਮਸ ਡਾਕਟਰ ਸੀ ਉੱਥੇ ਦਾ, ਬਹੁਤ ਫੇਮਸ ਵੈਦ ਸੀਗਾ, ਜਿਸਨੇ ਬਹੁਤ ਸਾਰੇ ਇਲਾਜ, ਔਰ ਇਹ ਵੀ ਦੱਸਿਆ ਜਾਂਦਾ ਕਿ ਇਹਦੇ ਸਮੇਂ ਤੋਂ ਜਿਹੜੇ ਇਲਾਜ ਸੀਗੇ ਉਹ ਅੱਜ ਵੀ ਉੱਥੇ ਜਿਹੜੇ ਦੇਸੀ ਇਲਾਜ ਆ ਉਹ ਅਵੇਲੇਬਲ ਆ ਇਹਦੇ ਕਰਕੇ। ਲੇਕਿਨ ਇਸਨੂੰ ਉਹ ਆਪਣਾ ਦੇਵਤਾ ਮੰਨਦੇ ਸੀ, ਔਰ ਪ੍ਰਭੂ ਨੇ ਉਹਨਾਂ ਨੂੰ ਜਿਹੜੀ ਚੀਜ਼ ਦਿਖਾਈ ਕਿ ਤੁਹਾਡਾ ਇਹ ਦੇਵਤਾ ਵੀ ਤੁਹਾਡੇ ਲਈ ਕੁਝ ਨਹੀਂ ਕਰ ਸਕਦਾ, ਬਿਕਾਜ਼ ਆਮ ਦਾ ਹੀਲਰ, ਮੈਂ ਹੀਲਰ, ਮੈਂ ਜਿਹੜਾ ਇਸ ਪਾਣੀ ਨੂੰ ਬਣਾਉਣਾ ਔਰ ਇਸ ਨੂੰ ਸਵੱਛ ਰੱਖਣਾ, ਮੈਂ ਜਿਹੜਾ ਤੁਹਾਨੂੰ ਇਹਨਾਂ ਜੂਆਂ ਤੋਂ ਮੱਖਾਂ ਤੋਂ ਬਚਾ ਕੇ ਰੱਖਦਾ, ਜਿਸ ਲਈ ਤੁਸੀਂ ਦੁਆ ਕਰਦੇ ਆ ਤੇ ਮੈਂ ਤੁਹਾਨੂੰ ਦਿਖਾਉਣਾ ਕਿ ਇਹਨਾਂ ਨੂੰ ਦੂਰ ਕਿੱਦਾਂ ਕੀਤਾ ਜਾਂਦਾ, ਔਰ ਮੈਂ ਜਿਹੜਾ ਤੁਹਾਡੇ ਜਾਨਵਰਾਂ ਨੂੰ ਵਧਾਉਣਾ ਤੇ ਬਰਕਤ ਦੇਣਾ, ਔਰ ਮੈਂ ਜੋ ਤੁਹਾਨੂੰ ਤੰਦਰੁਸਤੀ ਦਾ ਦਾਨ ਦੇਣਾ। ਲੇਕਿਨ ਰਾਜੇ ਨੇ ਆਪਣਾ ਜਿਹੜਾ ਮਨ ਉਹ ਮੋੜਿਆ ਨਹੀਂ ਪ੍ਰਭੂ ਦੇ ਕਹੇ ਦੇ ਅਨੁਸਾਰ, ਔਰ ਪ੍ਰਭੂ ਨੇ, ਅਗਰ ਪ੍ਰਭੂ ਚਾਹੁੰਦਾ ਤਾਂ ਪਹਿਲੀ ਬੜਾ ਤੋਂ ਬਾਅਦ ਹੀ ਕਹਿ ਦਿੰਦਾ ਤੁਸੀਂ ਜਾਓ, ਲੇਕਿਨ ਨਹੀਂ, ਕਿਉਂਕਿ ਪ੍ਰਭੂ ਦੇ ਆਪਣਿਆਂ ਲੋਕਾਂ ਦੇ ਵਿੱਚ ਉਹਨਾਂ ਦੇਵਤਿਆਂ ਦੇ ਪ੍ਰਤੀ ਸ਼ਰਧਾ ਪੈਦਾ ਹੋਈ ਸੀ। ਸੋ ਪ੍ਰਭੂ ਆਪਣਿਆਂ ਲੋਕਾਂ ਦੇ ਅੰਦਰੋਂ ਉਹ ਸ਼ਰਧਾ ਕੱਢਦਾ ਪਿਆ। ਜੇ ਪ੍ਰਭੂ ਦੇ ਲੋਕ ਅਸੀਂ ਉਹਨਾਂ ਨੂੰ ਕਹਿ ਦਿੰਦੇ ਜੇ ਉਹ ਇੰਨੇ ਹੀ ਮਜ਼ਬੂਤ ਹੁੰਦੇ ਤਾਂ ਫਿਰ ਉਹਨਾਂ ਨੂੰ 40 ਸਾਲ ਧੱਕੇ ਨਾ ਖਾਣੇ ਪੈਂਦੇ, ਔਰ ਸਿਰਫ ਜਿਹੜੇ ਇੱਥੋਂ ਨਿਕਲ ਕੇ ਜਾਣੇ ਆ ਉਹਨਾਂ ਚੋਂ 2 ਪਹੁੰਚਣੇ ਆ, ਬਾਕੀ ਉਹਨਾਂ ਦੀਆਂ ਔਲਾਦਾਂ ਨੇ ਜਾਣਾ ਅੱਗੇ। ਸੋ ਇਹਦਾ ਮਤਲਬ ਕਿ ਉਹਨਾਂ ਨੇ ਆਪਣੇ ਵਿਸ਼ਵਾਸ ਨੂੰ ਕੰਪਰੋਮਾਈਜ਼ ਕੀਤਾ ਸੀ। ਸੋ ਪ੍ਰਭੂ ਦਿਖਾ ਰਿਹਾ ਕਿ ਨਹੀਂ, ਇਹ ਕੁਛ ਨਹੀਂ ਗੇ, ਮੈਂ ਜੋ ਤੁਹਾਡੇ ਨਾਲ, ਜਿਸ ਨੇ ਤੁਹਾਡੇ ਇੱਥੇ ਰੱਖ ਕੇ ਨੰਬਰ ਵਧਾਇਆ, ਤੁਹਾਨੂੰ ਕੌਮ ਬਣਾਉਣਾ ਪਿਆ ਔਰ ਤੁਹਾਨੂੰ ਕੌਮ ਬਣਾ ਕੇ ਇੱਥੋਂ ਲੈ ਕੇ ਜਾਣਾ, ਮੈਂ ਉਹ ਪ੍ਰਭੂ
ਜਿਹੜਾ ਹੀਲਰ, ਮੈਂ ਉਹ ਪ੍ਰਭੂ ਜੋ ਤੁਹਾਨੂੰ ਸਭ ਬਰਕਤਾਂ ਦਿੰਦਾ। ਸੋ ਆਓ ਹੁਣ ਅਸੀਂ 13 ਆਇਤ ਤੋਂ ਲੈ ਕੇ ਇਸ ਚੈਪਟਰ ਨੂੰ ਬੇਸਿਕਲੀ 13 ਤੋਂ 34 ਤਾਈਂ 34-35 ਤਾਈਂ ਜਿਸ ਨੂੰ ਮਿਲ ਜਾਏ ਉੱਪਰ। Go ahead. ਗੜੇ ਵਰਨੇ। ਫਿਰ ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਸਵੇਰੇ ਤੜਕੇ ਉੱਠ ਕੇ ਫਰਾਉਨ ਰਾਜਾ ਕੋਲ ਜਾ ਤੇ ਉਸ ਨੂੰ ਕਹਿ, ਇਬਰਾਨੀਆਂ ਦੇ ਪ੍ਰਭੂ ਪਰਮੇਸ਼ਰ ਦਾ ਕਹਿਣਾ ਹੈ, ਮੇਰੇ ਲੋਕਾਂ ਨੂੰ ਜਾਣ ਦੇ, ਕਿਉਂਕਿ ਉਹ ਜਾ ਕੇ ਮੇਰੀ ਪੂਜਾ ਕਰਨ। ਜੇਕਰ ਤੂੰ ਅਜੇ ਵੀ ਨਹੀਂ ਮੰਨੇਗਾ ਤਾਂ ਮੈਂ ਇਸ ਵਾਰ ਨਾ ਕੇਵਲ ਤੇਰੇ ਨੌਕਰਾਂ ਅਤੇ ਲੋਕਾਂ ਤੇ ਵਿਪਤਾ ਕਰ ਲਾਂਗਾ, ਸਗੋਂ ਤੇਰੇ ਤੇ ਵੀ ਕਰ ਲਾਂਗਾ। ਤੂੰ ਜਾਣ ਕੇ ਮੇਰੇ ਵਰਗਾ ਪਰਮੇਸ਼ਰ ਹੋਰ ਕੋਈ ਇਸ ਧਰਤੀ ਤੇ ਨਹੀਂ ਹੈ। ਸੱਚ ਤਾਂ ਇਹ ਹੈ ਕਿ ਇਸ ਸਮੇਂ ਤੱਕ ਮੈਂ ਤੈਨੂੰ ਅਤੇ ਤੇਰੇ ਨੌਕਰਾਂ ਨੂੰ ਵੀ ਇਸ ਧਰਤੀ ਤੋਂ ਖਤਮ ਕਰ ਸਕਦਾ ਸਾਂ, ਪਰ ਮੈਂ ਫਿਰ ਵੀ ਤੈਨੂੰ ਜਿਉਂਦਿਆਂ ਰੱਖਿਆ ਕਿ ਮੈਂ ਆਪਣੀ ਸ਼ਕਤੀ ਤੇਰੇ ਤੇ ਪ੍ਰਗਟ ਕਰਾਂ, ਤਾਂ ਜੋ ਮੇਰਾ ਨਾਂ ਸਾਰੀ ਧਰਤੀ ਤੇ ਫੈਲ ਜਾਵੇ। ਪਰ ਤੂੰ ਅਜੇ ਵੀ ਮੇਰਾ ਵਿਰੋਧ ਕਰ ਰਿਹਾ ਹੈ ਤੇ ਮੇਰੇ ਲੋਕਾਂ ਨੂੰ ਜਾਣ ਨਹੀਂ ਦੇ ਰਿਹਾ ਹੈ। ਹੁਣ ਦੇਖ, ਕੱਲ ਇਸੇ ਸਮੇਂ ਮੈਂ ਮਿਸਰ ਵਿੱਚ ਇਹੋ ਜਿਹਾ ਭਿਆਨਕ ਗੜਿਆਂ ਦਾ ਮੀਂਹ ਵਰਾਵਾਂਗਾ ਜੋ ਪਹਿਲੇ ਕਦੇ ਵੀ ਮਿਸਰ ਤੇ ਨਾ ਵਰਿਆ ਹੋਵੇਗਾ। ਇਸ ਲਈ ਤੁਸੀਂ ਆਪਣੇ ਸਾਰੇ ਕਾਮਿਆਂ ਅਤੇ ਪਸ਼ੂਆਂ ਨੂੰ ਖੇਤਾਂ ਵਿੱਚੋਂ ਅੰਦਰ ਲੈ ਜਾਓ, ਕਿਉਂਕਿ ਕੋਈ ਬਾਹਰ ਰਹੀ ਚੀਜ਼ ਜਿਉਂਦੀ ਨਹੀਂ ਬਚ ਸਕੇਗੀ। ਰਾਜਾ ਦੇ ਨੌਕਰਾਂ ਵਿੱਚ ਜੋ ਲੋਕ ਪ੍ਰਭੂ ਤੋਂ ਡਰਦੇ ਸਨ, ਉਹ ਆਪਣੇ ਕਾਮਿਆਂ ਤੇ ਪਸ਼ੂਆਂ ਨੂੰ ਅੰਦਰ ਕਰ ਲਿਆ, ਪਰ ਜਿਨ੍ਹਾਂ ਲੋਕਾਂ ਨੇ ਪ੍ਰਭੂ ਦੇ ਸ਼ਬਦ ਦੀ ਪਰਵਾਹ ਨਾ ਕੀਤੀ, ਉਹਨਾਂ ਆਪਣੇ ਕਾਮੇ ਤੇ ਪਸ਼ੂ ਬਾਹਰ ਖੇਤਾਂ ਵਿੱਚ ਹੀ ਰਹਿਣ ਦਿੱਤੇ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਆਪਣਾ ਹੱਥ ਆਕਾਸ਼ ਵੱਲ ਚੁੱਕ ਕਿ ਸਾਰੇ ਮਿਸਰ ਦੇ ਲੋਕਾਂ, ਪਸ਼ੂਆਂ ਤੇ ਰੁੱਖਾਂ ਤੇ ਗੜਿਆਂ ਤੇ ਮੀਂਹ ਵਰੇ। ਸੋ ਮੂਸਾ ਨੇ ਆਪਣੀ ਲਾਠੀ ਤਾਂ ਆਕਾਸ਼ ਵੱਲ ਕੀਤੀ ਤਾਂ ਪ੍ਰਭੂ ਨੇ ਗਰਜਾਂ ਭਰਿਆ ਗੜਿਆਂ ਤੇ ਅੱਗ ਦਾ ਮੀਂਹ ਧਰਤੀ ਤੇ ਵਰਾਇਆ। ਇਹ ਭਿਆਨਕ ਗੜਿਆਂ ਦਾ ਮੀਂਹ ਸਾਰੇ ਮਿਸਰ ਤੇ ਪਿਆ। ਗੜਿਆਂ ਦੇ ਨਾਲ ਭਿਆਨਕ ਅੱਗ ਵਰਗੀ ਬਿਜਲੀ ਵੀ ਚਮਕਦੀ ਸੀ। ਇਹ ਗੜਿਆਂ ਦਾ ਮੀਂਹ ਬਹੁਤ ਭਿਆਨਕ ਸੀ, ਇਹੋ ਜਿਹਾ ਪਹਿਲਾਂ ਕਦੇ ਮਿਸਰ ਤੇ ਨਹੀਂ ਪਿਆ ਸੀ। ਗੜੇ ਮਿਸਰ ਦੀ ਹਰ ਚੀਜ਼, ਲੋਕਾਂ, ਪਸ਼ੂਆਂ, ਰੁੱਖਾਂ ਆਦਿ ਉੱਤੇ ਪਏ ਸਨ। ਇਸ ਨਾਲ ਹਰ ਖੇਤ ਦੀ ਫਸਲ ਤਬਾਹ ਹੋ ਗਈ। ਪਰ ਗੋਸ਼ਾਨ ਦੇ ਇਲਾਕੇ ਜਿੱਥੇ ਇਜ਼ਰਾਈਲੀ ਲੋਕ ਰਹਿ ਰਹੇ ਸਨ, ਗੜਿਆਂ ਦਾ ਮੀਂਹ ਨਹੀਂ ਪਿਆ ਸੀ। ਫਰਾਉਨ ਰਾਜਾ ਨੇ ਮੂਸਾ ਅਤੇ ਹਰੂਨ ਨੂੰ ਸੱਦ ਕੇ ਕਿਹਾ, ਮੈਂ ਪਾਪ ਕੀਤਾ ਹੈ, ਪ੍ਰਭੂ ਬਿਲਕੁਲ ਸੱਚਾ ਹੈ, ਮੈਂ ਅਤੇ ਮੇਰੇ ਲੋਕ ਅਪਰਾਧੀ ਹਾਂ, ਗੜੇ ਬਹੁਤ ਪੈ ਚੁੱਕੇ ਹਨ। ਹੁਣ ਤੁਸੀਂ ਪ੍ਰਭੂ ਅੱਗੇ ਪ੍ਰਾਰਥਨਾ ਕਰੋ ਕਿ ਉਹ ਇਹਨਾਂ ਨੂੰ ਬੰਦ ਕਰੇ, ਮੈਂ ਤੁਹਾਨੂੰ ਜਾਣ ਦੀ ਆਗਿਆ ਦੇਵਾਂਗਾ, ਤੁਸੀਂ ਹੋਰ ਇੱਥੇ ਨਹੀਂ ਰੁਕੋਗੇ। ਮੂਸਾ ਨੇ ਕਿਹਾ, ਮੈਂ ਸ਼ਹਿਰ ਤੋਂ ਬਾਹਰ ਜਾਂਦਿਆਂ ਹੀ ਆਪਣੇ ਹੱਥ ਤਾਂ ਚੁੱਕ ਕੇ ਪ੍ਰਭੂ ਅੱਗੇ ਇਹਨਾਂ ਨੂੰ ਰੋਕਣ ਲਈ ਪ੍ਰਾਰਥਨਾ ਕਰਾਂਗਾ, ਹੋਰ ਗੜੇ ਨਹੀਂ ਪੈਣਗੇ। ਇਸ ਤੋਂ ਤੂੰ ਜਾਣੇਗਾ ਕਿ ਧਰਤੀ ਦਾ ਮਾਲਕ ਕੇਵਲ ਪ੍ਰਭੂ ਹੀ ਹੈ। ਪਰ ਮੈਂ ਜਾਣਦਾ ਹਾਂ ਕਿ ਤੂੰ ਅਤੇ ਤੇਰੇ ਨੌਕਰ ਅਜੇ ਵੀ ਪ੍ਰਭੂ ਤੋਂ ਨਹੀਂ ਡਰਦੇ ਹੋ। ਗੜਿਆਂ ਨਾਲ ਆਲਸੀ ਅਤੇ ਜੌਂ ਨਾਸ਼ ਹੋ ਗਏ ਸਨ, ਕਿਉਂਕਿ ਜੌਵਾਂ ਦੇ ਸਿੱਟੇ ਨਿਕਲੇ ਹੋਏ ਸਨ ਤੇ ਆਲਸੀ ਨੂੰ ਫੁੱਲ ਪੈ ਚੁੱਕੇ ਸਨ। ਪਰ ਕਣਕ ਅਤੇ ਮਸਰ ਬਚ ਗਏ ਸਨ, ਕਿਉਂਕਿ ਉਹ ਅਜੇ ਫੁੱਟੇ ਨਹੀਂ ਸਨ। ਸੋ ਮੂਸਾ ਨੇ ਸ਼ਹਿਰ ਤੋਂ ਬਾਹਰ ਜਾ ਕੇ ਆਪਣੇ ਹੱਥ ਉਤਾਂਹ ਚੁੱਕ ਕੇ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ ਤਾਂ ਗਰਜਣਾ, ਗੜੇ ਤੇ ਮੀਂਹ ਰੁਕ ਗਏ। ਪਰ ਜਦੋਂ ਫਰਾਉਨ ਨੇ ਦੇਖਿਆ ਗੜੇ ਅਤੇ ਗਰਜਣਾ ਬੰਦ ਹੋ ਗਏ ਹਨ, ਤਾਂ ਉਸਨੇ ਫਿਰ ਪਾਪ ਕੀਤਾ ਅਤੇ ਆਪਣਾ ਦਿਲ ਸਖਤ ਕਰ ਲਿਆ। ਉਸਦੇ ਅਧਿਕਾਰੀਆਂ ਅਤੇ ਨੌਕਰਾਂ ਨੇ ਵੀ ਇਸੇ ਤਰ੍ਹਾਂ ਕੀਤਾ। ਇਸ ਲਈ ਫਰਾਉਨ ਨੇ ਪ੍ਰਭੂ ਦੇ ਕਹੇ ਅਨੁਸਾਰ ਇਸ ਵਾਰ ਇਜ਼ਰਾਈਲੀ ਲੋਕਾਂ ਨੂੰ ਨਾ ਜਾਣ ਦਿੱਤਾ। ਆਮੀਨ। ਇਸਨੂੰ ਖੋਲ ਕੇ ਆਪਾਂ ਕੱਲ ਨੂੰ ਦੇਖਾਂਗੇ, ਲੇਕਿਨ ਮੈਂ ਤੁਹਾਨੂੰ ਇਸ ਦੀ ਜਿਹੜੀ ਦੇਵੀ ਆ ਉਹ ਦਿਖਾਉਣਾ ਮੰਗਦਾ, ਕਿਉਂਕਿ ਇਸ ਦੇਵੀ ਨੂੰ ਵੀ ਉਹ ਬਹੁਤ ਜ਼ਿਆਦਾ ਮੰਨਦੇ ਸੀ। ਇਹ ਜਿਹੜੀ ਦੇਵੀ ਸੀ, ਇਹ ਆਕਾਸ਼ ਦੀ ਦੇਵੀ ਸੀ, ਔਰ ਇਹ ਅਸੀਂ ਬਾਰ-ਬਾਰ ਸਾਰੇ ਕਿਤੇ ਧਰਤੀ ਦੇ ਹਰੇਕ ਕੋਨੇ ਤੇ ਇਸਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਖਦੇ। ਲੋਕ ਮੰਨਦੇ ਵੱਖਰੇ ਨਾਵਾਂ ਦੇ ਨਾਲ ਮੰਨਦੇ, ਲੇਕਿਨ ਇਹ ਜਿਹੜੇ ਲੋਕ ਸੀ ਇਸ ਦਾ ਨਾਂ ਉਹ ਨੁੱਤ ਕਰਕੇ ਲੈਂਦੇ ਸੀ, ਔਰ ਇਸ ਦੇ ਵੀ ਬਹੁਤ ਮੰਦਰ ਸੀ। ਇਹ ਆਕਾਸ਼ ਤੋਂ ਮੀਂਹ ਵਰਾਉਣਾ ਔਰ ਲੋਕਾਂ ਦੇ ਤਰ੍ਹਾਂ ਦੇ ਜਿਹੜੇ ਵੈਦਰ ਚੇਂਜ ਹੁੰਦੇ ਆ, ਸਾਰੀਆਂ ਚੀਜ਼ਾਂ ਨੂੰ ਰੱਖਣਾ। ਜਿਆਦਾ ਠੰਡ ਪੈ ਜਾਵੇ ਤਾਂ ਫਿਰ ਇਹ ਲੋਕ ਇਹਦੇ ਮੂਹਰੇ ਦੁਆ ਕਰਦੇ ਸੀ, ਜਿਆਦਾ ਧੁੱਪ ਪਵੇ ਤਾਂ ਇਹਦੇ ਕੋਲ ਜਾ ਕੇ ਦੁਆ ਕਰਦੇ ਸੀ। ਔਰ ਅਮਨ ਰਾਤ ਤੋਂ ਬਾਅਦ ਸਾਰਿਆਂ ਤੋਂ ਜ਼ਿਆਦਾ ਜਿਹੜੇ ਅਮੀਰ ਪੰਡਤ ਸੀਗੇ, ਉਹ ਇਸ ਦੇਵੀ ਦੇ ਪੰਡਤ ਸੀਗੇ।
ਸੋ ਆਓ ਇਸ ਨੂੰ ਅਸੀਂ ਦੇਖੀਏ, ਲੇਕਿਨ ਅਸੀਂ ਬਾਕੀ ਇਸ ਹਿੱਸੇ ਨੂੰ ਅਸੀਂ ਹੁਣ ਕੱਲ ਨੂੰ ਖੋਲਾਂਗੇ। ਔਰ ਸੋ ਇਸ ਦੇਵੀ ਨੂੰ ਇਸ ਤਰ੍ਹਾਂ ਇਸ ਨੂੰ ਦੇਖਿਆ ਜਾਂਦਾ ਸੀ ਕਿ ਇਸ ਨੇ ਸਾਰੇ ਇਜਿਪਟ ਨੂੰ, ਬਲਕਿ ਕਹਿੰਦੇ ਸੀ ਸਾਰੀ ਦੁਨੀਆ ਨੂੰ ਇਸਨੇ, ਇਹ ਜਿਹੜੀ ਦੇਵੀ ਆ ਇਹ ਰੱਖਦੀ ਸੀ। ਔਰ ਬਾਕੀ ਦੇ ਵੀ ਜਿਹੜੇ ਦੇਵਤੇ ਆ ਉਹ ਵੀ ਇਸ ਦੇਵੀ ਦੀ ਪੂਜਾ ਕਰਦੇ ਆ, ਔਰ ਸਾਰੇ ਇਸ ਦੇਵੀ ਦੀ ਸੰਤਾਨ, ਬਾਕੀ ਦੇ ਜਿੰਨੇ ਵੀ ਦੇਵਤੇ ਆ। ਸੋ ਆਹ ਜਿਹੜਾ ਅਸੀਂ ਅਗੇਨ ਜਿਹੜੇ ਆ ਦੇਖਦੇ ਪਏ ਆ ਜਿਹੜੇ ਨਿੱਕੇ ਨਿੱਕੇ ਨਿਸ਼ਾਨ ਆ, ਜਾਨਵਰ, ਪੰਛੀ, ਇਹ ਉਹਨਾਂ ਦੇ ਅੱਖਰ ਆ, ਇਹ ਉਸ ਦੇਵੀ ਦੇ ਸ਼ਲੋਕ ਆ ਜਿਹੜੇ ਇਹ ਲੋਕ ਪੜ੍ਹਦੇ ਹੁੰਦੇ ਸੀ ਔਰ ਇਸ ਦੇਵੀ ਦੀ ਪੂਜਾ ਕਰਦੇ ਸੀਗੇ। ਔਰ ਪ੍ਰਭੂ ਨੇ ਇੱਥੇ ਜਿਹੜੀਆਂ ਇਹਦੇ ਵਿੱਚ ਬਹੁਤ ਕੁਛ ਆ ਜਿਹੜਾ ਅਸੀਂ ਕੱਲ ਨੂੰ ਦੇਖਾਂਗੇ, ਲੇਕਿਨ ਪ੍ਰਭੂ ਨੇ ਇੱਥੇ ਬਹੁਤ ਕੁਛ ਇਸ ਹਿੱਸੇ ਦੇ ਵਿੱਚ ਦਿਖਾਇਆ, ਕਿਉਂਕਿ ਐਨ ਤਾਂ ਕਦੀ ਬੇਸਿਕਲੀ ਕਦੀ ਪਈ ਵੀ ਨਹੀਂ ਸੀ ਉੱਥੇ ਉਸ ਇਲਾਕੇ ਦੇ ਵਿੱਚ। ਮੀਂਹ ਵਰ ਜਾਏ ਤੇ ਲੋਕ ਬੜੇ ਖੁਸ਼ ਹੁੰਦੇ ਸੀ। ਉਹ ਕਿਤੇ ਮਾੜਾ ਮੋਟਾ ਮੌਸਮ ਦੀ ਕਿਤੇ ਚੇਂਜ ਆ ਜਾਵੇ, ਮਾੜੀ ਮੋਟੀ ਐਨ ਪੈ ਜਾਵੇ, ਲੇਕਿਨ ਇੱਕ ਚੀਜ਼ ਇੱਥੇ ਬੜੀ ਤਰੀਕੇ ਦੇ ਨਾਲ ਪਈ ਹੈ। ਏਦਾਂ ਦੇ ਗੜੇ ਪੈਣਗੇ ਜਿਹੜੇ ਅੱਜ ਤੱਕ ਨਹੀਂ ਪਏ, ਲੇਕਿਨ ਪ੍ਰਭੂ ਨੇ ਇਹ ਨਹੀਂ ਕਿਹਾ ਕਿ ਅੱਜ ਤੱਕ ਨਹੀਂ ਪਏ ਔਰ ਇਸ ਤੋਂ ਬਾਅਦ ਵੀ ਨਹੀਂ ਪੈਣੇ, ਕਿਉਂਕਿ ਇਸ ਤੋਂ ਬਾਅਦ ਪੈਣ ਵਾਲੇ, ਇਹ ਨਹੀਂ ਪ੍ਰਭੂ ਨੇ ਕਿਹਾ। ਇਹ ਪ੍ਰਭੂ ਦੇ ਵਚਨ ਦੀ ਸਭ ਤੋਂ ਵੱਡੀ ਬਰਕਤ। ਇੱਥੇ ਸਾਨੂੰ ਕੰਟਰਡਿਕਸ਼ਨ ਨਹੀਂ ਤੇ ਲੱਭਦੀ। ਅਸੀਂ ਪਿੱਛੇ ਜਾ ਕੇ ਇਹ ਨਹੀਂ ਕਹਿ ਸਕਦੇ ਪ੍ਰਭੂ ਨੇ ਤਾਂ ਕਿਹਾ ਸੀਗਾ ਜੀ ਏਦਾਂ ਦੇ ਗੜੇ ਨਾ ਕਦੀ ਪਏ ਸੀ ਤੇ ਨਾ ਕਦੀ ਪੈਣਗੇ। ਨਹੀਂ, ਇਹ ਤੋਂ ਵੀ ਵੱਡੀ ਪੈਣਗੇ। ਔਰ ਅੱਗ ਔਰ ਪਾਣੀ ਦੀ ਐਨ ਇਕੱਠੀ ਪੈ ਗਈ। ਧਰਤੀ ਉੱਥੋਂ ਅੱਗ ਵੀ ਵਰਦੀ ਪਈ ਆ ਤੇ ਐਨ ਵੀ ਵਰਦੀ ਪਈ। That's amazing thing। ਔਰ ਜਿਹੜੇ ਲੋਕ ਹੁਣ ਅਸੀਂ ਦੇਖ ਲਿਆ, ਹੁਣ ਇੱਕ ਚੀਜ਼ ਹੋਣ ਲੱਗ ਪਈ ਹੈ ਕਿ ਜਿਹੜੇ ਮਿਸਰ ਦੇ ਲੋਕ ਪ੍ਰਭੂ ਤੋਂ ਡਰਨ ਲੱਗ ਪਏ। ਸੋ ਇਹਨਾਂ ਚੀਜ਼ਾਂ ਨੂੰ ਆਪਣੇ ਦਿਲ ਦੇ ਵਿੱਚ ਰੱਖੀ। ਸੋ ਕੱਲ ਨੂੰ ਜਿਸ ਵੇਲੇ ਇਹਨਾਂ ਨੂੰ ਖੋਲਾਂਗੇ ਤਾਂ ਫਿਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਹੋਰ ਨਾਲ ਦੇਖਾਂਗੇ ਜੇ ਤੋਂ ਬੜੀ ਬਰਕਤ ਮਿਲੇ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਇਸ ਸਮੇਂ ਦੇ ਲਈ ਜਿਹੜਾ ਤੂੰ ਸਾਨੂੰ ਦਿੰਦਾ, ਤੇਰੀ ਮਹਾਨ ਬਰਕਤ ਦੇ ਲਈ, ਤੇਰੇ ਸ਼ਬਦ ਦੇ ਲਈ, ਤੇਰੀ ਪਵਿੱਤਰਤਾ ਦੇ ਲਈ। ਪ੍ਰਭੂ ਜੀ ਧਰਤੀ ਤੇ ਹੋਰ ਕੋਈ ਦੇਵਤਾ ਹੈ ਨਹੀਂ ਪ੍ਰਭੂ ਜੀ। ਹਾਂ, ਸਾਨੂੰ ਮੂਰਖ ਬਣਾਉਣ ਵਾਲੇ ਬਹੁਤ, ਪਰ ਪ੍ਰਭੂ ਜੀ ਤੇਰੇ ਵਰਗਾ ਪ੍ਰਭੂ ਪਰਮੇਸ਼ਵਰ ਹੈ। ਔਰ ਅਸੀਂ ਦੇਖਦੇ ਪਏ ਪ੍ਰਭੂ ਜੀ ਹਰ ਇੱਕ ਚੀਜ਼ ਤੇਰੇ ਅਧਿਕਾਰ ਦੇ ਵਿੱਚ ਆ। ਕੀ ਪਾਣੀ, ਕੀ ਧਰਤੀ ਦੇ ਜਾਨਵਰ, ਕੀ ਸਵਰਗ ਦੀ ਅੱਗ ਔਰ ਕੀ ਸਵਰਗ ਦਾ ਪਾਣੀ, ਅਸਮਾਨ ਪ੍ਰਭੂ ਜੀ, ਧਰਤੀ, ਸਭ ਚੀਜ਼ਾਂ ਤੇਰੇ। ਪ੍ਰਭੂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਖੁਦਾਵੰਦ ਤੂੰ ਸਾਡੇ ਲਈ ਬਰਕਤਾਂ ਪੈਦਾ ਕਰ। ਤੇਰਾ ਰਹਿਮ ਹੋਏ ਤਾਂ ਇਹ ਸਭ ਚੀਜ਼ਾਂ ਸਾਡੇ ਲਈ ਕੰਮ ਕਰਦੀਆਂ ਔਰ ਇਹਨਾਂ ਦੇ ਨਾਲ ਤੂੰ ਸਾਨੂੰ ਬਰਕਤ। ਮੇਰੇ ਪਿਆਰੇ ਪ੍ਰਭੂ, ਅਸੀਂ ਤੇਰਾ ਸ਼ੁਕਰ ਕਰਦੇ ਤੇਰੀ ਦਇਆ ਤੇ ਤੇਰੇ ਰਹਿਮ। ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ ਪਿਆਰੇ ਪ੍ਰਭੂ, ਸਾਡੇ ਅੱਗੇ, ਸਾਡੇ ਪਿੱਛੇ, ਸੱਜੇ ਖੱਬੇ, ਸਾਡੇ ਉੱਪਰ ਔਰ ਸਾਡੇ ਪੈਰਾਂ ਦੇ ਥੱਲੇ ਔਰ ਸਾਡੇ ਅੰਦਰ, ਸੱਤੇ ਪਾਸੇ ਪ੍ਰਭੂ ਜੀ ਤੇਰਾ ਰਹਿਮ, ਸੱਤੇ ਪਾਸੇ ਤੇਰੀ ਦਇਆ, ਸੱਤੇ ਪਾਸੇ ਤੇਰੀ ਰਾਖੀ, ਸੱਤੇ ਪਾਸੇ ਤੇਰਾ ਪਿਆਰ ਸਾਡੇ ਸਭ ਦੇ ਨਾਲ, ਸਾਡੇ ਬੱਚਿਆਂ ਦੇ ਨਾਲ ਬਣਿਆ ਰਹੇ, ਭੈਣਾਂ ਭਰਾਵਾਂ ਦੇ ਨਾਲ ਬਣਿਆ। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਸਾਨੂੰ ਬਣਾ ਕੇ ਰੱਖੀ, ਮਸੀਹ ਯਸੂ ਦੇ ਮਿੱਠੇ ਔਰ ਬੋਲੇ ਨਾਮ ਚ। ਔਰ ਸਾਰੇ ਬਲੈਸ ਯੂ। ਕੱਲ ਨੂੰ ਮਿਲਾਂਗੇ ਔਰ ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ, ਤੁਹਾਡੇ ਸਾਰਿਆਂ ਨੂੰ।
सारे सुते नहीं